ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਰਹਾਉ ਵੱਡਾ ਭਾਗ ਭੇਟੇ ਗੁਰਦੇਵਾ। ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ। ਸੋਗ ਅਗਨ ਤਿਸ ਜਨ ਨ ਵਿਆਪੈ। ਸਾਗਰ ਤਰਿਆ ਸਾਧੂ ਸੰਗੇ। ਨਿਰਭਉ ਨਾਮ ਜਪਹੁ ਹਰ ਰੰਗੇ। ਪਰ ਧਨ ਦੁਖ ਕਿਛ ਪਾਪ ਨਾ ਫੇੜੇ। ਜਮ ਜੰਦਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਨਾਨਕ ਉਦਰੇ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਗੀ ਜਥੇ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ ਹਨ। ਵੱਡੇ ਭਾਗਾਂ ਵਾਲੀਆਂ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਹਨ, ਅਥਵਾ ਦੂਰ ਦਰੇਡਿਆਂ ਤੋਂ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚ ਕੇ
ਪਾਵਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ, ਪਾਵਨ ਸਰੋਵਰ ਦੇ ਇਸ਼ਨਾਨ ਵੱਡੇ ਭਾਗਾਂ ਵਾਲੀਆਂ ਸੰਗਤਾਂ ਨੂੰ ਪ੍ਰਾਪਤ ਹੋਏ ਹਨ। ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕਾ ਸਿੱਖ ਜਿੱਥੇ ਵੀ ਵਸਦਾ ਹੈ ਮਨ ਵਿੱਚ ਇਹ ਤਮੰਨਾ ਰੱਖਦਾ ਹੈ, ਅਰਦਾਸ ਕਰਦਾ ਹੈ ਕਿ ਸਤਿਗੁਰੂ ਜੀ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ। ਸੋ ਮਹਾਰਾਜ ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਦੇ ਉੱਪਰ ਕਿਰਪਾ ਕਰਦੇ ਹਨ, ਦਰਸ਼ਨ ਦੀਦਾਰੇ ਬਖਸ਼ ਦਿੰਦੇ ਹਨ। ਇਹ ਉਸ ਦੀ ਰਹਿਮਤ ਹੈ, ਕਿਰਪਾ ਹੈ। ਅੱਜ ਵੀ ਜਿੰਨੀਆਂ ਗੁਰੂ ਕੀਆਂ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਪਹੁੰਚੀਆਂ ਹਨ, ਵੱਡੇ ਭਾਗ ਹਨ। ਇਹ ਸਤਿਗੁਰੂ ਦੀ ਦਇਆਲਤਾ ਹੈ, ਰਹਿਮਤ ਹੈ। ਆਪ ਮਹਾਰਾਜ ਨੇ ਬਖਸ਼ਿਸ਼ ਕਰਕੇ ਇਸ ਭਾਗ ਬਖਸ਼ਿਆ ਹੈ। ਸੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਸਾਂਝੇ ਸਗਲ ਸੰਸਾਰ ਵਾਸਤੇ ਮਹਾਰਾਜ ਜੀ ਨੇ ਜੀਵਾਂ ਦੇ ਕਲਿਆਣ ਲਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਤਿਗੁਰੂ ਦੀ ਉਸ ਬਾਣੀ ਦੀ ਵਿਚਾਰ ਸਾਂਝੀ ਕਰੀਏ ਜੋ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ ਹੈ। ਸਰਬੱਤ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਮਹੱਲਾ ਪੰਜਵਾ। ਘਰ ਬਾਰਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਜਗਤ ਨੂੰ ਤਾਰਨਹਾਰ ਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੀਵਾਂ ਦੇ ਕਲਿਆਣ ਲਈ ਇਹ ਬਾਣੀ ਉਚਾਰਨ ਕੀਤੀ ਹੈ। 12ਵੇਂ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਰਾਗੀ ਸਿੰਘਾਂ ਨੂੰ, ਰਾਗੀ ਜਥਿਆਂ ਨੂੰ ਕੀਰਤਨ ਕਰਨ ਦਾ ਸਤਿਗੁਰੂ ਜੀ ਨੇ ਢੰਗ ਦੱਸਿਆ ਹੈ ਕਿ 12ਵੇਂ ਘਰ ਸੁਰਤਾਲ ਦੇ ਵਿੱਚ ਇਸ ਬਾਣੀ ਨੂੰ ਗਾਉਣਾ ਹੈ। ਜੋ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੀ ਪਾਲਣਹਾਰ ਹੈ, ਸਾਰਿਆਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮੰਗਲ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਦਾ ਸਾਨੂੰ ਢੰਗ ਦੱਸਿਆ ਹੈ ਕਿ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਭਨਾਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ, ਅਤੇ ਉਸੇ ਪਾਸੋਂ ਹੀ ਮੰਗਣਾ ਚਾਹੀਦਾ ਹੈ। ਸਤਿਗੁਰੂ ਜੀ ਸ਼ਬਦ ਵਿੱਚ ਵੀ ਆਪਾਂ ਨੂੰ ਇਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਬੰਦਨਾ ਹਰ ਬੰਦਨਾ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਉਸ ਅਕਾਲ ਪੁਰਖ ਨੂੰ ਬੰਦਨਾ ਹੈ, ਨਮਸਕਾਰ ਹੈ, ਜਿਹੜਾ ਸਾਰਿਆਂ ਦਾ ਪਾਲਕ ਹੈ। ਬੰਦਨਾ ਹਰ ਬੰਦਨਾ, ਜਿਹੜਾ ਹਰੀ ਪਰਮੇਸ਼ਰ ਆਪ ਹੈ ਵਾਹਿਗੁਰੂ। ਸੋ ਬਾਬਾ ਫਰੀਦ ਜੀ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਜਿਹੜਾ ਸਿਰ ਸਤਿਗੁਰੂ ਦੀ ਸ਼ਰਨ ਵਿੱਚ, ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਉਹ ਸਿਰ ਸਾੜ ਦੇਣਾ ਚਾਹੀਦਾ ਹੈ, ਸੜ ਜਾਣਾ ਚਾਹੀਦਾ ਹੈ, ਉਤਾਰ ਦੇਣਾ ਚਾਹੀਦਾ ਹੈ, ਕੱਟ ਦੇਣਾ ਚਾਹੀਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਵੀ ਉਪਦੇਸ਼ ਕੀਤਾ ਹੈ ਕਿ ਮਨ ਵਿੱਚ ਕਪਟ ਰੱਖ ਕੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਰਗਾਹੇ। ਸੋ ਇਹ ਵੀ ਮਨ ਵਿੱਚ ਵਿਚਾਰ ਰੱਖਣੀ ਚਾਹੀਦੀ ਹੈ ਕਿ ਮਨ ਵਿੱਚ ਈਰਖਾ ਰੱਖ ਕੇ, ਭੇਦ ਭਾਵ ਰੱਖ ਕੇ, ਬਖੀਲੀਆਂ ਰੱਖ ਕੇ, ਮਨ ਵਿੱਚ ਪਾਪ ਰੱਖ ਕੇ ਨਿਵਣ ਦਾ ਕੋਈ ਫਾਇਦਾ ਨਹੀਂ। ਸੋ ਸਤਿਗੁਰੂ ਦੇ ਚਰਨਾਂ ਵਿੱਚ ਗੁਰੂ ਦਾ ਉਪਦੇਸ਼ ਧਾਰਨ ਕਰਕੇ ਜਦੋਂ ਨਮਸਕਾਰ ਕਰਾਂਗੇ, ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੋਵੇਗੀ। ਕਿਉਂਕਿ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਕਈ ਵਾਰ ਅਸੀਂ
ਸੰਗਤ ਵਿੱਚ ਆਉਂਦੇ ਹਾਂ। ਜਿਵੇਂ ਹੁਣ ਬਾਰਿਸ਼ ਹੋ ਰਹੀ ਆ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਆਮ ਤੌਰ ਤਾਂ ਅਸੀਂ ਮੱਥਾ ਟੇਕਦੇ ਹਾਂ, ਪਰ ਮਨ ਵਿੱਚ ਜੇ ਵਿਚਾਰ ਆ ਜਾਵੇ ਵੀ ਨਹੀਂ ਹੁਣ ਪਰਿਕਰਮਾ ਭਿੱਜੀ ਹੋਈ ਆ, ਬਾਰਿਸ਼ ਨਾਲ ਗਿੱਲੀ ਹੈ, ਦਸਤਾਰ ਨੂੰ ਦਾਗ ਲੱਗ ਜਾਵੇਗਾ, ਭਿੱਜ ਜਾਵੇਗੀ, ਇਹ ਵਿਚਾਰਾਂ ਜਦੋਂ ਆਉਂਦੀਆਂ ਨੇ ਤੇ ਬਾਬਾ ਫਰੀਦ ਜੀ ਕੋਲ ਵੀ ਇਹ ਵਿਚਾਰਾਂ ਆਈਆਂ ਕਿ ਬਾਬਾ ਜੀ ਇੱਕ ਵਾਰ ਬੈਠੇ ਸਨ, ਕੁਝ ਨੌਜਵਾਨ ਕੁੱਲੇ ਬੰਨ੍ਹ ਕੇ, ਪੱਗਾਂ ਬੰਨ੍ਹ ਕੇ ਉਦਾਂ ਹੀ ਆ ਕੇ ਧਰਤੀ 'ਤੇ ਹੱਥ ਲਾ ਕੇ ਮੱਥੇ ਨੂੰ ਲਾ ਲਿਆ, ਬੈਠ ਗਏ। ਸੋ ਨਮਸਕਾਰ ਨਾ ਕੀਤੀ। ਆਮ ਤੌਰ 'ਤੇ ਰੋਜ਼ ਕਰਦੇ ਸਨ ਤੇ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਫਰੀਦ ਜੀ ਕਿਰਪਾ ਕਰੋ, ਭਗਤ ਜੀ ਉਪਦੇਸ਼ ਬਖਸ਼ਿਸ਼ ਕਰੋ। ਤੇ ਭਗਤ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਵੀ ਮਿੱਟੀ ਖਾਏ। ਕਹਿੰਦੇ ਤੈਨੂੰ ਭੁਲੇਖਾ ਪੈ ਗਿਆ, ਮੇਰੀ ਪੱਗ ਨਾ ਮੈਲੀ ਹੋ ਜਾਏ, ਇਸ ਕਰਕੇ ਤੂੰ ਨਮਸਕਾਰ ਨਹੀਂ ਕੀਤੀ। ਕਹਿੰਦੇ ਤੇਰੀ ਰੂਹ, ਤੇਰੀ ਆਤਮਾ ਨਹੀਂ ਜਾਣਦੀ ਕਿ ਇਹ ਸਿਰ ਵੀ ਇੱਕ ਦਿਨ ਕਬਰਾਂ ਵਿੱਚ ਚਲੇ ਜਾਣਾ ਹੈ, ਅਥਵਾ ਸ਼ਮਸ਼ਾਨ ਦੇ ਵਿੱਚ ਇਸ ਨੂੰ ਸਾੜ ਦੇਣਾ ਹੈ। ਤੈਨੂੰ ਇਸ ਦਾ ਭੁਲੇਖਾ ਪੈ ਗਿਆ, ਨਹੀਂ ਯਾਦ ਰੱਖਣਾ ਚਾਹੀਦਾ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਗੁਰੂ ਦਰਬਾਰ ਵਿੱਚ ਆਉਣਾ ਹੈ ਅਤੇ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਇੱਥੇ ਭਾਈ ਗੁਰਦਾਸ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਉਹ ਫਰਮਾਉਂਦੇ ਨੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਨੀ, ਬਿਨ ਸੇਵਾ ਧ੍ਰਿਗ ਹੱਥ ਪੈਰ, ਹੋਰ ਨੇ ਫਲ ਕਰਨੀ। ਕਹਿੰਦੇ ਉਹ ਧ੍ਰਿਗ ਨੇ ਸੀਸ, ਸਿਰ, ਜਿਹੜੇ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦੇ, ਨਹੀਂ ਧਰਤੀ 'ਤੇ ਲੱਗ ਕੇ ਨਮਸਕਾਰਾਂ ਕਰਦੇ। ਸਤਿਗੁਰੂ ਜੀ ਫਰਮਾਉਂਦੇ ਨੇ, ਬੰਦਨਾ ਹਰ ਬੰਦਨਾ, ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਬੰਦਨਾ ਕਰਨੀ ਹੈ, ਉਹ ਸਤਿਗੁਰੂ ਦੇ ਚਰਨਾਂ ਵਿੱਚ ਕਰੋੜਾਂ ਵਾਰ ਡੰਡੌਤ ਬੰਦਨ, ਅਨੇਕ ਵਾਰ, ਇੱਕ ਵਾਰ ਨਹੀਂ ਅਨੇਕਾਂ ਵਾਰ ਸਤਿਗੁਰੂ ਜੀ ਨੂੰ ਇਹ ਬੰਦਨਾ ਹੈ। ਸੋ ਹਰ ਬੰਦਨਾ, ਕਿਉਂਕਿ ਉਹ ਸਾਰੇ ਬੰਧਨਾਂ ਨੂੰ ਹਰ ਕੱਟ ਦੇਣ ਵਾਲਾ ਹੈ। ਜਿਨ੍ਹਾਂ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਬੰਧਨ ਪਾਏ ਨੇ, ਅਥਵਾ ਪ੍ਰਤੱਖ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੇੜੀਆਂ ਬੰਧਨਾਂ ਨੂੰ ਕੱਟ ਦਿੰਦੇ ਨੇ, ਬੰਦ ਖਲਾਸੀਆਂ ਕਰ ਦਿੰਦੇ ਨੇ, ਬੰਦੀ ਖਾਨਿਆਂ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਾ ਲੈਂਦੇ ਨੇ। ਐਸੇ ਸਤਿਗੁਰੂ ਨੂੰ ਬੰਦਨਾ ਹੈ, ਬੰਦਨਾ ਹਰ ਬੰਦਨਾ। ਇਸ ਕਰਕੇ ਭਾਈ ਉਸ ਹਰੀ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਂਦਿਆਂ ਉਸ ਨੂੰ ਹਮੇਸ਼ਾ ਹੀ ਬੰਦਨਾ ਕਰਨੀ ਚਾਹੀਦੀ, ਨਮਸਕਾਰ ਕਰਨੀ ਚਾਹੀਦੀ ਹੈ। ਗੁਰੂ ਕੇ ਸਿੱਖਾਂ ਵਿੱਚ ਇਹ ਉਪਦੇਸ਼ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨੀ ਪ੍ਰਪੱਕਤਾ ਦੇ ਨਾਲ ਵਸਿਆ ਹੋਇਆ ਹੈ। ਜਿਹੜੇ ਗੁਰਮੁਖ ਹਨ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੁੱਚਾਨੰਦ ਨੇ ਕਿਹਾ ਸੀ ਨਾ ਕਿ ਤੁਸੀਂ ਬੱਚੇ ਹੋ ਤੇ ਜਾ ਕੇ ਵਜੀਦ ਖਾਨ ਨੂੰ ਨਮਸਕਾਰ ਕਰਨੀ ਆ, ਤਾਂ ਉਹਨਾਂ ਕਿਹਾ ਕਿ ਨਹੀਂ, ਇਹ ਸੀਸ ਅਸੀਂ ਗੁਰੂ ਨੂੰ ਭੇਟਾ ਕਰ ਚੁੱਕੇ ਹਾਂ। ਛੋਟੀ ਉਮਰ ਬਾਬਾ ਫਤਿਹ ਸਿੰਘ ਦੀ, ਬਾਬਾ ਜੋਰਾਵਰ ਸਿੰਘ ਦੀ ਛੋਟੀਆਂ ਉਮਰਾਂ ਨੇ, ਪਰ ਫਿਰ ਵੀ ਕੁਚਾਲ ਵਰਤੀ, ਕੁਰੀਤੀਆਂ ਵਰਤੀਆਂ, ਟੇਢੇ ਢੰਗ ਵਰਤੇ, ਆਪਣੀਆਂ ਵਿਉਂਤਬੰਦੀਆਂ ਬਣਾਈਆਂ ਕਿ ਇਹਨਾਂ ਨੂੰ ਛਾਲਿਆ ਜਾਵੇ। ਦਰਵਾਜ਼ੇ ਬੰਦ ਕਰਕੇ ਛੋਟੀ ਬਾਰੀ ਖੋਲ੍ਹ ਦਿੱਤੀ ਗਈ ਜਿੱਥੇ ਅਦਾਲਤ ਲਾਈ ਸੀ, ਵੀ ਜਦੋਂ ਇਹ ਸੀਸ ਝੁਕਾ ਕੇ ਅੱਗੇ ਲੰਘਣਗੇ ਕਹਿ ਦਿਆਂਗੇ ਕਿ ਗੁਰੂ ਕੇ ਸਾਹਿਬ, ਗੁਰੂ ਕੇ ਪੁੱਤਰ, ਗੁਰੂ ਕੇ ਸਪੁੱਤਰ, ਗੁਰੂ ਕੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਝੁਕ ਗਏ ਨੇ, ਅਦਾਲਤ ਨੂੰ ਇਹਨਾਂ ਨੇ ਨਮਸਕਾਰ ਕੀਤੀ ਹੈ। ਪਰ ਉਹਨਾਂ ਨੂੰ ਕੌਣ ਛੱਲ ਸਕਦਾ ਸੀ? ਕਲਗੀਧਰ ਪਾਤਸ਼ਾਹ ਦੇ ਫਰਜ਼ੰਦ ਪੁੱਤਰਾਂ ਨੂੰ ਕੋਈ ਛੱਲ ਸਕਦਾ ਸੀ? ਦੋਨਾਂ ਵੀਰਾਂ ਨੇ ਆਪਣੇ ਨਾਲ ਆਮੋ ਸਾਹਮਣੇ ਸਲਾਹ ਕੀਤੀ ਕਿ ਇਸ ਤਰ੍ਹਾਂ ਨਹੀਂ ਜਾਣਾ, ਸੀਸ ਝੁਕਾ ਕੇ ਨਹੀਂ ਜਾਣਾ, ਪਹਿਲਾਂ ਪੈਰ ਅੰਦਰ ਲੰਘਾਉਣੇ ਨੇ ਤਾਂ ਕਿ ਸੂਬਾ ਸਰਹੰਦ ਨੂੰ ਦੱਸ ਦਈਏ
ਕਿ ਤੇਰੀਆਂ ਸਾਰੀਆਂ ਚਾਲਾਂ, ਤੇਰੀਆਂ ਸਾਰੇ ਦਿੱਤੀਆਂ ਹੋਈਆਂ ਨਿਆਮਤਾਂ, ਦਿੱਤੇ ਹੋਏ ਲਾਲਚ ਅਸੀਂ ਆ ਜੁੱਤੀ ਦੀ ਨੋਕ ਨਾਲ ਠਕਰਾਉਂਦੇ ਆ। ਪਹਿਲਾਂ ਪੈਰ ਅੰਦਰ ਲੰਘਾਏ ਤੇ ਜਦੋਂ ਸਾਹਮਣੇ ਹੋਏ ਇੱਕ ਦੂਸਰੇ ਵੱਲ ਮੁੱਖ ਕਰਕੇ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਰਾਨ ਰਹਿ ਗਏ ਸਭ ਸਨ, ਕਿਉਂਕਿ ਇਹ ਗੁਰੂ ਕੀ ਬਾਣੀ ਦਾ ਉਪਦੇਸ਼ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਵਸ ਗਿਆ। ਸਾਧ ਸੰਗਤ ਜੀ, ਉਹਨਾਂ ਦੇ ਮਨ ਵਿੱਚ ਨਾ ਕੋਈ ਡਰ ਰਹਿੰਦਾ, ਨਾ ਕੋਈ ਭੈ ਰਹਿੰਦਾ, ਤੇ ਨਾ ਕਿਸੇ ਹੋਰ ਥਾਂ ਤੇ ਝੁਕਦੇ ਨੇ। ਕਿਸੇ ਥਾਂ ਤੇ ਨਹੀਂ ਝੁਕਦੇ, ਕਿਉਂਕਿ ਹੋਰ ਥਾਂ ਕੋਈ ਐਸਾ ਹੈ ਹੀ ਨਹੀਂ। ਇਸ ਕਰਕੇ ਬੰਦਨਾ ਹਰ ਬੰਦਨਾ, ਜਦੋਂ ਗੁਰੂ ਕੇ ਸਿੱਖ ਨੇ ਬੰਦਨਾ ਕਰਨੀ ਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਗੁਰਬਾਣੀ ਨੂੰ ਨਮਸਕਾਰ ਕਰਨੀ ਹੈ। ਗੁਰਬਾਣੀ ਪੜ੍ਹਨ ਵਾਲਿਆਂ ਨੂੰ, ਨਾਮ ਰਸੀਆਂ ਨੂੰ ਵੀ ਨਮਸਕਾਰ ਕਰਨੀ ਹੈ। ਪਰ ਜਿਹੜਾ ਮੱਥਾ ਟੇਕਣਾ ਉਹ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ। ਬੰਦਨਾ ਹਰ ਬੰਦਨਾ, ਜਿਹੜੇ ਸਾਰੇ ਬੰਧਨਾਂ ਨੂੰ ਅਥਵਾ ਜਨਮ ਮਰਨ ਦੇ ਬੰਧਨਾਂ ਨੂੰ, ਮਾਤਾ ਦੇ ਗਰਭ 'ਚ ਪੈਣ ਵਾਲੇ ਬੰਧਨਾਂ ਨੂੰ ਮਹਾਰਾਜ ਕੱਟ ਸਕਦੇ ਹਨ। ਹਰ ਥਾਂ ਤੇ ਬੰਧਨ ਕੱਟਦੇ ਹਨ, ਹਰ ਥਾਂ ਤੇ ਵਿਆਪਕ ਹੈ। ਉਸ ਅਕਾਲ ਪੁਰਖ ਨੂੰ ਬੰਦਨਾ ਹੈ, ਨਮਸਕਾਰ ਹੈ। ਗੁਣ ਗਾਵੋ ਗੋਪਾਲ ਰਾਏ। ਜਿਹੜਾ ਪ੍ਰਥਵੀ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਗੁਣਾਂ ਨੂੰ ਗਾਉਣਾ ਕਰੋ। ਜਿਹੜੇ ਮਨੁੱਖ ਦੇ ਸੋਹਲੇ ਗਾਈ ਜਾਂਦੇ ਆ, ਮਾਨੋ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਾ ਦੀਆ ਰਹਿ ਗਾਏ, ਬਹੁਰ ਨਾ ਤ੍ਰਿਸ਼ਨਾ ਲੱਗ ਆਏ। ਉਸ ਅਕਾਲ ਪੁਰਖ ਦੇ ਗੁਣ ਗਾਓ ਜਿੱਥੋਂ ਸਭ ਕੁਝ ਮਿਲਣਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਐਵੇਂ ਝੂਠੀਆਂ ਵਡਿਆਈਆਂ ਕਰ ਕਰਕੇ ਆਪਣਾ ਸਮਾਂ ਬਰਬਾਦ ਨਾ ਕਰੋ। ਕੇਵਲ ਉਸ ਵਾਹਿਗੁਰੂ ਦੇ ਗੁਣਾਂ ਨੂੰ, ਜਿਹਨੇ ਸਾਨੂੰ ਸਤ ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ ਬਖਸ਼ਿਸ਼ ਕਰਨੀ ਹੈ, ਜਿਹਨੇ ਸਾਨੂੰ ਸ਼ੁਭ ਗੁਣ ਦੇਣੇ ਹਨ, ਉਹਦੇ ਗੁਣਾਂ ਨੂੰ ਗਾਉਣਾ ਕਰੋ। ਜਿਹਦੇ ਵੱਡੇ ਪਰਉਪਕਾਰ ਹਨ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ, ਉਹਦੇ ਗੁਣਾਂ ਨੂੰ ਗਾਉਣਾ ਕਰੀਏ। ਰਹਾਉ ਵੱਡਾ ਭਾਗ ਭੇਟੇ ਗੁਰਦੇਵਾ। ਵਿਸਰਾਮ ਦੇ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਕਿਤੇ ਭਾਈ ਜਿਹੜਾ ਗੁਰਦੇਵ ਮਾਲਕ ਹੈ, ਸਾਡਾ ਵਾਹਿਗੁਰੂ ਪਰਮੇਸ਼ਰ ਹੈ, ਵੱਡੇ ਭਾਗਾਂ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਵੱਡੇ ਭਾਗਾਂ ਦੇ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਦਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹਨ। ਇਸ ਵਾਸਤੇ ਭਾਈ ਮਨ ਵਿੱਚੋਂ ਇਹ ਖਿਆਲ ਛੱਡ ਦੇਣੇ ਚਾਹੀਦੇ ਆ, ਜਿਹੜੀਆਂ ਮਨ ਦੀਆਂ ਹੁਜਤਾਂ ਨੇ ਕਿ ਹਲੇ ਖਾਣ ਪੀਣ ਦਾ ਸਮਾਂ ਹੈ, ਜਦੋਂ ਸਮਾਂ ਆਵੇਗਾ ਫਿਰ ਅੰਮ੍ਰਿਤ ਛਕ ਲਵਾਂਗੇ। ਹਜ਼ੂਰ ਫਰਮਾਉਂਦੇ ਹਨ, ਨਹੀਂ ਭਾਈ, ਇਹ ਤਾਂ ਵੱਡੇ ਭਾਗਾਂ ਦੇ ਨਾਲ ਜਦੋਂ ਮਨੁੱਖ ਦਾ ਵਡੱਪਣਪੁਣਾ ਭੱਜ ਜਾਂਦਾ ਹੈ, ਟੁੱਟ ਜਾਂਦਾ ਹੈ, ਮਨ ਦੇ ਵਿੱਚੋਂ ਹੰਕਾਰ ਲੈ ਜਾਂਦਾ ਹੈ, ਉਦੋਂ ਵੱਡੇ ਭਾਗ ਬਣਦੇ ਨੇ। ਇਸ ਕਰਕੇ ਵੱਡੇ ਭਾਗਾਂ ਦੇ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕੋਟ ਪਰਾਧ ਮਿਟੇ ਹਰ ਸੇਵਾ। ਜਦੋਂ ਭਾਈ ਤਿਆਰ ਪਰ ਤਿਆਰ ਹੋ ਕੇ ਗੁਰੂ ਕਾ ਸਿੱਖ ਗੁਰੂ ਦੇ ਦਰ ਤੇ ਜੁੜਦਾ ਹੈ, ਸੇਵਾ ਕਰਦਾ ਹੈ, ਫਿਰ ਕਰੋੜਾਂ ਹੀ ਪਾਪ, ਕਰੋੜਾਂ ਹੀ ਔਗਣ, ਕਰੋੜਾਂ ਹੀ ਵਿਘਨ ਜਿਹੜੇ ਸਾਰੇ ਖਤਮ ਹੋ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਉਹਨਾਂ ਨੂੰ ਸਤਿਗੁਰੂ ਜੀ ਖਤਮ ਕਰ ਦਿੰਦੇ ਹਨ। ਚਰਨ ਕਮਲ ਜਾ ਕਾ ਮਨ ਰਾਪੈ। ਕਿੰਨਾਂ ਦੇ ਕਰੋੜਾਂ ਹੀ ਪਾਪ ਦੂਰ ਹੁੰਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ, ਜਿਨ੍ਹਾਂ ਦਾ ਗੁਰੂ ਕੀ ਬਾਣੀ ਦੇ ਨਾਲ ਮਨ ਰੰਗਿਆ ਗਿਆ। ਕਿਉਂ? ਸਤਿਗੁਰੂ ਜੀ ਫਰਮਾਉਂਦੇ ਹਨ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗਾ ਦਾਗਾ। ਜਿਹੜੇ ਭਾਈ ਗੁਰੂ ਕੇ ਨਾਮ ਵਿੱਚ ਰੰਗੇ ਗਏ, ਜਿਹਦਾ ਮਨ ਸਤਿਗੁਰੂ ਦੇ ਚਰਨਾਂ ਵਿੱਚ ਰੰਗਿਆ ਗਿਆ। ਚਰਨ ਕੀ ਹੈ? ਚਿੱਤ ਚਰਨ ਨਾਮ। ਨਾਮ ਜਿਹੜਾ ਹੈ ਉਹ ਚਿੱਤ ਵਿੱਚ ਟਿਕਾਉਣ ਵਾਲਾ ਚਰਨ ਹੈ। ਇਸ ਵਾਸਤੇ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਫਰਮਾਇਆ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇਸ ਵਾਸਤੇ ਭਾਈ ਸਤਿਗੁਰੂ ਦੀ ਰਹਿਮਤ ਹੁੰਦੀ ਹੈ। ਚਰਨ ਕਮਲ ਜਾ ਕਾ ਮਨ ਰਾਪੈ, ਜਿਹਦਾ ਮਨ ਰੰਗਿਆ ਗਿਆ ਗੁਰਬਾਣੀ ਨਾਲ, ਨਾਮ ਭਗਤੀ ਵਿੱਚ, ਸਿਮਰਨ ਦੇ ਵਿੱਚ, ਸੇਵਾ ਦੇ ਵਿੱਚ, ਜਿਨ੍ਹਾਂ ਦਾ ਮਨ ਰੰਗਿਆ ਗਿਆ, ਉਹਨਾਂ ਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋਗ ਅਗਨ ਤਿਸ ਜਨ ਨਾ ਵਿਆਪੈ। ਕਹਿੰਦੇ ਸੋਗ ਦੀ ਅੱਗ, ਜਿਹੜੀ ਚਿੰਤਾ ਦੀ ਅੱਗ ਹੈ ਨਾ,
ਆਮ ਤੌਰ 'ਤੇ ਇਹ ਆਪਣੀ ਪੰਜਾਬੀ ਦੀ ਕਹਾਵਤ ਹੈ, ਚਿੰਤਾ ਚਿਖਾ ਦੇ ਬਰਾਬਰ ਮੰਨੀ ਗਈ ਹੈ। ਅਤੇ ਚਿੰਤਾ ਮਿਟ ਕਿਵੇਂ ਸਕਦੀ ਆ? ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਮੈਡੀਸਨ ਨਹੀਂ ਬਣਿਆ, ਕੋਈ ਇੰਜੈਕਸ਼ਨ ਨਹੀਂ ਬਣਿਆ, ਕੋਈ ਕੈਪਸੂਲ ਨਹੀਂ ਬਣਿਆ, ਕੋਈ ਹਕੀਮ ਇਸ ਦੀ ਹਿਕਮਤ ਨਹੀਂ ਕੱਢ ਸਕਿਆ ਕਿ ਚਿੰਤਾ ਮੇਟ ਦੇਵੇ। ਹਾਲਾਂਕਿ ਬੜੀ ਤਰੱਕੀ ਕੀਤੀ ਹੈ ਸਾਇੰਸ ਨੇ, ਪਰ ਚਿੰਤਾ ਕੋਈ ਨਹੀਂ ਮੇਟ ਸਕਦਾ। ਜੇ ਇੱਕ ਵੱਡੇ ਤੋਂ ਵੱਡੇ ਸਿਆਣੇ ਡਾਕਟਰ ਨੂੰ ਵੀ ਆਪਾਂ ਕਹਾਂਗੇ ਨਾ ਕਿ ਮੈਨੂੰ ਬੜੀ ਚਿੰਤਾ ਹੈ, ਅਤੇ ਉਹ ਕੈਪਸੂਲ ਦੇਗਾ, ਇੰਜੈਕਸ਼ਨ ਵੀ ਲਾ ਦੇਗਾ, ਸਿਰਫ ਨੀਂਦ ਦਾ ਲੈ ਭਾਈ ਤੈਨੂੰ ਨੀਂਦ ਆ ਜਾਏਗੀ, ਜਿੰਨੀ ਦੇਰ ਸੁੱਤਾ ਰਹੇਗਾ ਠੀਕ ਹੈ। ਜਦੋਂ ਉਸ ਦੀ ਅੱਖ ਖੁੱਲ੍ਹੇਗੀ, ਜਾਗੇਗਾ, ਅਤੇ ਚਿੰਤਾ ਫਿਰ ਸਾਹਮਣੇ ਹੀ ਖੜੀ ਆ। ਅਤੇ ਡਾਕਟਰ ਨੂੰ ਫਿਰ ਪੁੱਛੋ ਵੀ ਮੈਂ ਸੁੱਤਾ ਤਾਂ ਰਿਹਾ ਇੰਜੈਕਸ਼ਨ ਦੇ ਨਾਲ, ਪਰ ਜਦੋਂ ਮੇਰੀ ਅੱਖ ਖੁੱਲ੍ਹੀ, ਜਾਗ ਆਈ ਹੈ, ਉਦੋਂ ਫਿਰ ਮੈਨੂੰ ਚਿੰਤਾ ਦਾ ਹੀ ਗਰਸਿਆ ਹੋਇਆ। ਅਤੇ ਡਾਕਟਰ ਜਵਾਬ ਦੇਵੇਗਾ ਕਿ ਮੈਂ ਤਾਂ ਸਿਰਫ ਸਰੀਰ ਨੂੰ ਆਰਾਮ ਦੇਣ ਵਾਸਤੇ ਇੰਜੈਕਸ਼ਨ ਦਿੱਤਾ ਸੀ, ਤੇਰੇ ਮਨ ਦੀ ਚਿੰਤਾ ਮੈਂ ਨਹੀਂ ਲਾ ਸਕਦਾ। ਪਰ ਕੋਈ ਹੈ ਦੁਨੀਆ 'ਚ ਦਵਾ ਜਿਹੜੀ ਚਿੰਤਾ ਦੂਰ ਕਰ ਦੇਵੇ? ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਸਾਨੂੰ ਮੁਫਤ ਬਿਨਾਂ ਕੋਈ ਧਨ ਖਰਚਿਆਂ, ਕਿਉਂਕਿ ਨਹੀਂ ਤਾਂ ਧਨਾੜ ਲੋਕਾਂ ਨੇ ਇਹ ਦਵਾਈ ਖਾਣੀ ਸੀ, ਗਰੀਬ ਲੋਕਾਂ ਨੇ ਰਹਿ ਜਾਣਾ ਸੀ। ਅਤੇ ਸਤਿਗੁਰੂ ਤਾਂ ਗਰੀਬ ਨਵਾਜ ਹੈ, ਗਰੀਬਾਂ ਨੂੰ ਨਵਾਜਣ ਵਾਲਾ ਹੈ, ਨਥਾਵਿਆਂ ਦਾ ਥਾਮ ਹੈ। ਇਸ ਕਰਕੇ ਸਤਿਗੁਰੂ ਨੇ ਜਿਹੜਾ ਔਖਦ ਦਿੱਤਾ ਨਾ, ਉਹ ਗਰੀਬਾਂ ਨੂੰ ਵੀ, ਅਮੀਰਾਂ ਨੂੰ ਵੀ, ਸਭ ਨੂੰ ਸਾਂਝਾ ਦੇ ਦਿੱਤਾ ਕਿ ਭਾਈ ਜੇ ਆਹ ਦਵਾਈ ਖਾਓਗੇ, ਨਿਤਾ ਪ੍ਰਤੀ ਵਰਤੋਗੇ, ਚਿੰਤਾ ਤੁਹਾਡੇ ਨੇੜੇ ਵੀ ਨਹੀਂ ਰਹੇਗੀ, ਬਲਕਿ ਤੁਸੀਂ ਕਈਆਂ ਦੀ ਹੋਰ ਚਿੰਤਾ ਦੂਰ ਕਰ ਸਕਦੇ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਵਾਈ ਕਿਹੜੀ ਦਿੱਤੀ? ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਤਿਗੁਰੂ ਜੀ ਕਹਿੰਦੇ ਧੁਰ ਕੀ ਬਾਣੀ ਇਸੇ ਵਾਸਤੇ ਆਈ ਆ, ਜਿਹੜੇ ਮਨੁੱਖ ਦੀ ਚਿੰਤਾ ਦੂਰ ਕਰ ਸਕਦੀ ਆ। ਇਸ ਵਾਸਤੇ ਭਾਈ ਸਤਿਗੁਰੂ ਜੀ ਫਰਮਾਉਂਦੇ ਨੇ, ਸੋਗ ਦੀ ਅੱਗ ਉਸ ਦੇ ਨੇੜੇ ਵੀ ਨਹੀਂ ਆਉਂਦੀ ਜਿਹੜਾ ਸਤਿਗੁਰੂ ਦੇ ਚਰਨਾਂ ਨੂੰ, ਸਤਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਸਾਗਰ ਤਰਿਆ ਸਾਧੂ ਸੰਗੇ, ਜਿਹੜੇ ਸਾਧੂ ਪਰਮਾਤਮਾ ਦਾ ਨਾਮ ਜਪਦੇ ਨੇ, ਨਾਮ ਸਾਧੇ ਜਾਣ ਵਾਲੇ ਮਨ ਨੂੰ ਜਿਨ੍ਹਾਂ ਗੁਰਮੁਖਾਂ ਨੇ ਸਾਧ ਲਿਆ ਹੈ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਜਦੋਂ ਉਹਨਾਂ ਦੀ ਸੰਗਤ ਵਿੱਚ ਜਾਵਾਂਗੇ ਨਾ, ਤੇ ਉਹ ਕੀ ਕਹਿਣਗੇ? ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਬੁਲਾਉਣ ਤੋਂ ਬਾਅਦ ਕਹਿਣਗੇ, ਭਾਈ ਤਿਆਰ ਬਰ ਤਿਆਰ ਹੈ, 5 ਕਕਾਰਾਂ ਦੀ ਰਹਿਤ ਰੱਖਦਾ, ਨਿਤਨੇਮ ਕਰਦਾ, ਨਿਯਮ ਦੇ ਵਿੱਚ ਫਰਕ ਤਾਂ ਨਹੀਂ ਪਾਉਂਦਾ। ਜਦੋਂ ਕਿਸੇ ਚੰਗੇ ਪੁੱਜੇ ਹੋਏ ਸਾਧੂ ਕੋਲ ਜਾਵਾਂਗੇ ਨਾ, ਉਹ ਇਹ ਨਹੀਂ ਪੁੱਛੇਗਾ ਤੇਰੇ ਕੋਲ ਮੱਝਾਂ ਕਿੰਨੀਆਂ, ਤੇਰੇ ਕੋਲ ਗਾਵਾਂ ਕਿੰਨੀਆਂ, ਤੇਰਾ ਕਾਰੋਬਾਰ ਕਿਹੋ ਜਿਹਾ, ਇਹ ਨਹੀਂ ਪੁੱਛੇਗਾ। ਉਹ ਇਹ ਹੀ ਪੁੱਛੇਗਾ, ਚੜ੍ਹਦੀ ਕਲਾ ਭਾਈ, ਗੁਰਦੁਆਰੇ ਜਾਣਾ ਹੁੰਦਾ, ਸੰਗਤ ਕਰਦਾ ਹੁੰਦਾ, ਅੰਮ੍ਰਿਤ ਛਕਿਆ ਹੋਇਆ, ਜੇ ਨਹੀਂ ਛਕਿਆ ਤੇ ਕਿਉਂ ਨਹੀਂ ਛਕਿਆ, ਉਹ ਬਚਨ ਹੀ ਇਹ ਕਰੇਗਾ। ਇਸ ਕਰਕੇ ਇਹੋ ਜਿਹੇ ਜਿਹੜੇ ਸਾਧੂ ਨੇ, ਇਹੋ ਜਿਹੇ ਜਿਹੜੇ ਪੁੱਜੇ ਹੋਏ ਭਗਤ ਨੇ, ਸੰਤ ਨੇ, ਉਹਨਾਂ ਦੀ ਸੰਗਤ ਕਰਕੇ ਇਹ ਸੰਸਾਰ ਸਮੁੰਦਰ ਤੋਂ ਮਨੁੱਖ ਤਰ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸ਼ੁਭ ਗੁਣਾਂ ਦਾ ਖਜ਼ਾਨਾ ਖੋਲ੍ਹ ਦੇਣਾ ਹੈ ਕਿ ਭਾਈ ਸੰਗਤ ਵਿੱਚ ਜਾਣ ਦੇ ਵੱਡੇ ਗੁਣ ਨੇ। ਕਿਉਂਕਿ ਹਜ਼ੂਰ ਨੇ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਕਿ ਗਣਕਾਂ ਵਰਗੀਆਂ ਪਾਪਣਾਂ ਵੀ ਸੰਗਤ ਕਰਕੇ ਉਧਰ ਗਈਆਂ, ਵੱਡੇ ਵੱਡੇ ਪਾਪੀ ਤਰ ਗਏ, ਸੋ ਤੂੰ ਕਿਉਂ ਨਹੀਂ ਤਰ ਸਕਦਾ? ਮਨ ਦੇ ਵਿੱਚੋਂ ਇਹ ਫਿਕਰ ਹੀ ਸਤਿਗੁਰੂ ਦੇ ਪਿਆਰੇ ਦੂਰ ਕਰ ਦਿੰਦੇ ਨੇ ਕਿ ਤੂੰ ਇਹ ਮਤਾ ਖਿਆਲ ਕਰ ਕਿ ਮੇਰਾ ਭਲਾ ਨਹੀਂ ਹੋਣਾ, ਨਹੀਂ ਤੂੰ ਉਦਮ ਕਰ, ਤੂੰ ਯਤਨ ਕਰ, ਸਤਿਗੁਰੂ ਪਾਤਸ਼ਾਹ ਦੇ ਦਰ 'ਤੇ ਨਾਮ ਸਿਮਰਨ ਦੀ ਮਹਿਮਾ ਦੇ ਵਿੱਚ ਜੁਟ ਜਾ, ਅਤੇ ਫਿਰ ਸਤਿਗੁਰੂ ਜੀ ਜ਼ਰੂਰ ਕਿਰਪਾ ਕਰ ਦੇਣਗੇ। ਅਤੇ ਜਦੋਂ ਇਹ ਉਦਮ ਕਰਦਾ ਗੁਰੂ ਕਾ ਪਿਆਰਾ, ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ, ਅਤੇ ਫਿਰ ਇਹ ਸੰਸਾਰ ਸਾਗਰ ਨੂੰ ਤਰਨ ਦਾ ਸਾਧਨ ਮਿਲ ਜਾਂਦਾ ਹੈ। ਇਸ ਵਾਸਤੇ ਭਾਈ ਉਹ ਗੁਰੂ ਕੇ ਪਿਆਰਿਆਂ ਦੇ ਨਾਲ, ਸੰਤਾਂ ਪੁਰਖਾਂ ਦੇ ਨਾਲ, ਸਤਿਪੁਰਖਾਂ ਦੇ ਨਾਲ, ਸਾਧੂ ਜਨਾਂ ਦੀ ਸ਼ਰਨ ਵਿੱਚ ਆ ਕੇ ਇਹ ਸੰਸਾਰ ਸਾਗਰ ਨੂੰ ਤਰਨ ਵਾਸਤੇ ਸਮਰੱਥ ਹੋ ਜਾਂਦਾ ਹੈ। ਨਿਰਭਉ ਨਾਮ ਜਪੋ ਹਰ ਰੰਗੇ। ਸਾਧੂਆਂ ਦੀ ਸੰਗਤ ਚੋਂ ਮਿਲਦਾ ਕੀ ਹੈ ਭਾਈ? ਹਜ਼ੂਰ ਫਰਮਾਉਂਦੇ ਹਨ ਕਿ ਉਹਨਾਂ ਦੀ ਸੰਗਤ ਵਿੱਚੋਂ ਮਿਲੇਗਾ ਨਿਰਭਉ ਜਪੋ, ਨਿਰਭਉ ਨਾਮ ਜਪੋ, ਕਿ ਜਿਹੜਾ
ਭੈ ਤੋਂ ਰਹਿਤ ਕਰ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਹੈ। ਸੋ ਉਸ ਨਾਮ ਨੂੰ ਜਪਣਾ ਕਰੋ, ਕਿਉਂਕਿ ਉਹਦੇ ਨਾਲ ਹਰੀ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ੍ਹਨਾ ਹੈ। ਜਦੋਂ ਉਹ ਰੰਗ ਚੜ੍ਹੇਗਾ ਤੇ ਉਹ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚੋਂ ਹੀ ਚੜ੍ਹੇਗਾ ਤੇ ਉਹ ਜਨਮ ਮਰਨ ਦੇ ਭਉ ਤੋਂ ਰਹਿਤ ਕਰ ਦੇਵੇਗਾ। ਜੋ 3 ਪ੍ਰਕਾਰ ਦਾ ਭਉ ਹੈ ਉਹ ਇਸ ਭੈ ਤੋਂ ਵੀ ਰਹਿਤ ਕਰ ਦੇਗਾ। ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਭੈ ਮਿਟ ਜਾਂਦੇ ਹਨ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਤੇ ਫਿਰ ਭਾਈ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚੋਂ ਇਹ ਉਪਦੇਸ਼ ਪ੍ਰਾਪਤ ਹੁੰਦਾ ਹੈ ਕਿ ਪਰਾਏ ਧਨ ਦੇ ਉੱਪਰ ਵੇਖ ਕੇ, ਪਰਾਏ ਧਨ ਨੂੰ, ਕਿਸੇ ਨੂੰ ਅਮੀਰ ਦੇਖ ਕੇ ਮਨ ਵਿੱਚ ਸਾੜਾ ਨਹੀਂ ਕਰਨਾ, ਸੜਨਾ ਨਹੀਂ ਕਿ ਇਹ ਧਨ ਤੇ ਮੇਰੇ ਕੋਲ ਹੋਣਾ ਚਾਹੀਦਾ ਸੀ, ਇਹਦੇ ਕੋਲੇ ਇਹ ਧਨ ਕਿਉਂ ਆ ਗਿਆ। ਹਜ਼ੂਰ ਫਰਮਾਉਂਦੇ ਕਹਿੰਦੇ ਭਾਈ ਪਰਾਏ ਧਨ ਦੇ ਉੱਪਰ ਨਾ ਤੇ ਮੰਦੀ ਨਜ਼ਰ ਰੱਖੇ ਤੇ ਨਾ ਕੋਈ ਸਾੜਾ ਕਰੇ, ਈਰਖਾ ਕਰੇ। ਪਰ ਧਨ ਦੋਖ ਉੱਤੇ ਨਾ ਉਹਦੇ ਵਿੱਚ ਦੋਸ਼ ਲਾਪੇ ਕਿ ਇਹਦੇ ਕੋਲੇ ਕਿਵੇਂ ਆ ਗਿਆ, ਇਹਨੇ ਤੇ ਬੇਈਮਾਨੀ ਦੇ ਨਾਲ ਧਨ ਲਿਆਂਦਾ ਹੈ, ਝੂਠੇ ਹੀ ਦੋਸ਼ ਲਾਪਣੇ ਸ਼ੁਰੂ ਕਰ ਦੇਵੇ। ਕਹਿੰਦੇ ਇਹਦੇ ਤੋਂ ਬਚਣਾ ਚਾਹੀਦਾ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਤੇ ਫਿਰ ਕਹਿੰਦੇ ਭਾਈ ਜਿਹੜਾ ਇਹ ਦੋਸ਼ ਅਲਾ ਕੇ ਪਾਪ ਇਕੱਠੇ ਕਰਨੇ ਨੇ, ਇਹ ਫੇੜੇ ਨਾ ਕਰੇ, ਇਸ ਨੂੰ, ਇਸ ਰਸਤੇ ਤੇ ਨਾ ਚੱਲਣਾ ਕਰੇ। ਮਹਾਰਾਜ ਕਹਿੰਦੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਕੋਈ ਪਾਪ ਨਾ ਛੇੜ ਲਵੇ। ਐਵੇਂ ਕਿਸੇ ਤੇ ਝੂਠੀਆਂ ਤੋਹਮਤਾਂ ਲਾ ਕੇ ਮਨ ਦੇ ਵਿੱਚ ਸੰਤੋਖ ਰੱਖਣਾ ਚਾਹੀਦਾ ਕਿ ਸਤਿਗੁਰੂ ਨੇ ਮੈਨੂੰ ਕਿਹੜੇ ਘੱਟ ਦਿੱਤਾ ਹੈ, ਮੈਨੂੰ ਨੌ ਨਰੈਣੀ ਦੇਹ ਦਿੱਤੀ ਹੈ, ਮੈਂ ਅੰਮ੍ਰਿਤ ਵੇਲੇ ਉੱਠ ਸਕਦਾ ਹੈ, ਸੇਵਾ ਕਰ ਸਕਦਾ ਹੈ, ਮੈਂ ਨਾਮ ਜਪ ਸਕਦਾ ਹੈ। ਸਤਿਗੁਰੂ ਦਾ ਹਮੇਸ਼ਾ ਹੀ ਧੰਨਵਾਦ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਯਾਦ ਕਰਕੇ ਨਮਸਕਾਰ ਕਰਨੀ ਚਾਹੀਦੀ ਹੈ ਕਿ ਮੈਨੂੰ ਵੀ ਬਹੁਤ ਕੁਝ ਦਿੱਤਾ ਹੈ। ਜੇ ਮੈਨੂੰ ਇਹ ਵੀ ਨਾ ਦਿੰਦਾ ਤੇ ਮੈਂ ਕਿਹੜਾ ਪ੍ਰਮਾਤਮਾ ਦੇ ਬਰਾਬਰ ਕੁਝ ਉਹਦਾ ਵਿਗਾੜ ਸਕਦਾ ਸੀ। ਇਹ ਤੇ ਉਹਦੀ ਬਖਸ਼ਿਸ਼ ਹੀ ਹੈ ਨਾ ਕਿ ਮੈਨੂੰ ਵੀ ਇੰਨਾ ਕੁਝ ਦਿੱਤਾ ਹੈ। ਆਪਾਂ ਭਾਈ ਸਤਿਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਕੇ ਪਰਾਇਆ ਧਨ ਦੇਖ ਕੇ ਉਹਦੇ ਵਿੱਚ ਦੋਸ਼ ਅਲਾਪ ਕੇ ਐਵੇਂ ਬਿਨਾਂ ਮਤਲਬੀ ਆਪਣੇ ਸਿਰ ਤੇ ਪਾਪ ਧਾਰਨ ਕਰ ਲੈਂਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਗੱਲ ਤੋਂ ਬਚੋ, ਮਨ ਵਿੱਚ ਸੰਤੋਖ ਰੱਖੋ ਕਿ ਸਤਿਗੁਰੂ ਨੇ ਜੋ ਵੀ ਸਾਨੂੰ ਬਖਸ਼ਾਂ ਦਿੱਤੀਆਂ ਸਾਡੀ ਪਰਲਭ ਦੇ ਅਨੁਸਾਰ ਬੇਅੰਤ ਦਿੱਤੀਆਂ ਹਨ। ਫਿਰ ਸਤਿਗੁਰੂ ਦੀ ਹੋਰ ਵੀ ਬਖਸ਼ਿਸ਼ ਹੁੰਦੀ ਹੈ। ਜਮ ਜੰਦਾਰ ਨਾ ਆਵੈ ਨੇੜੇ। ਤੇ ਫਿਰ ਭਾਈ ਜਦੋਂ ਇਹ ਬਖਸ਼ਿਸ਼ ਹੋ ਗਈ, ਆਪਣੇ ਕਰਮਾਂ ਅਨੁਸਾਰ ਮਿਲੀ ਪਰਲਭ ਤੇ ਸੰਤੁਸ਼ਟੀ ਕਰ ਲਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਐਸੀ ਤਸੱਲੀ ਹੁੰਦੀ ਹੈ, ਨਾਮ ਬਾਣੀ ਵਿੱਚ ਮਨ ਜੁੜਦਾ ਹੈ। ਜਦੋਂ ਪਹਿਲਾਂ ਮਨ ਦੇ ਵਿੱਚ ਸੰਤੋਖ ਆ ਗਿਆ ਨਾ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ ਕਿ ਨਾਮ ਜਪਣਾ ਕਿਵੇਂ ਆ। ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੰਤੋਖ ਦਾ ਸੁਹਾਗਾ ਫੇਰ ਕੇ ਰੱਖਣਾ। ਕਹਿੰਦੇ ਸਾਰੇ ਬੀਜ ਦੇ ਉੱਪਰ ਜਿਹੜਾ ਨਾਮ ਦਾ ਬੀਜ ਬੀਜਣਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਭਾਈ ਜਦੋਂ ਸਤਿਗੁਰੂ ਜੀ ਨੇ ਐਸੀ ਕਿਰਪਾ ਕਰ ਦਿੱਤੀ, ਫਿਰ ਜਮ ਤੇ ਜੰਦਾਰ, ਜ਼ਿੰਦਗੀ ਨੂੰ ਖਤਮ ਕਰ ਦੇਣ ਵਾਲਾ ਜਮ ਜੰਦਾਰ, ਕੱਟ ਦੇਣ ਵਾਲਾ, ਮਹਾਰਾਜ ਕਹਿੰਦੇ ਨੇੜੇ ਵੀ ਨਹੀਂ ਆਵੇਗਾ। ਜਮ ਜੰਦਾਰ ਨਾ ਆਵੇ ਨੇੜੇ। ਫਿਰ ਭਾਈ ਸਤਿਗੁਰੂ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ ਕਿ ਉਹ ਵੀ ਰੇਰੇ ਦਰਗਹਿ ਕਹੈ ਨਾ ਕਹੂ, ਆਓ ਬੈਠ ਆਦਰ ਸਭ ਦਿਓ। ਨੇੜੇ ਵੀ ਨਹੀਂ ਆ ਸਕਦੇ, ਉਹ ਵੀ ਸਤਿਕਾਰ ਕਰਦੇ ਨੇ, ਡਰ ਭਾਵਨਾ ਭੈ ਰੱਖਦੇ ਨੇ ਗੁਰੂ ਕੇ ਪਿਆਰਿਆਂ ਤੋਂ ਕਿ ਧੰਨ ਭਾਗ ਸਮਝਦੇ ਨੇ ਕਦੇ ਦਰਸ਼ਨ ਵੀ ਹੋ ਜਾਣ ਤਾਂ। ਦੰਨ ਦੇਣਾ ਤਾਂ ਇੱਕ ਪਾਸੇ ਰਿਹਾ ਕਿ ਜਮਦੂਤ ਦੰਨ ਦੇ ਸਕਦੇ ਨੇ, ਨਹੀਂ ਭਾਈ ਜਿਨ੍ਹਾਂ ਦੇ ਉੱਪਰ ਗੁਰੂ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੈ, ਉਹਨਾਂ ਦੇ ਨੇੜੇ ਨਹੀਂ ਜਮ ਆ ਸਕਦੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਜਿਹੜੀ ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਸਹਿਸ ਖੱਟੇ ਲੱਖ ਓਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਸ ਅੱਗ ਨੂੰ ਕੋਈ ਬੁਝਾ ਨਹੀਂ ਸਕਦਾ, ਕੋਈ ਘੱਟ ਨਹੀਂ ਕਰ ਸਕਦਾ। ਕਿਉਂਕਿ ਜੇ ਈਂਧਨ ਦੇ ਨਾਲ ਆਪਾਂ ਬਹੁਤ ਸਾਰਾ ਬਾਲਣ ਬਾਲ ਦਈਏ, ਲੱਕੜਾਂ ਬਾਲ ਦਈਏ ਤੇ ਉਹਦੇ ਉੱਪਰ ਤੇਲ ਪਾ ਕੇ ਚਾਹੀਏ ਬੁਝਾ ਦਿਆਂਗੇ, ਨਹੀਂ ਬੁਝ ਸਕਦੀ। ਇਸੇ ਤਰ੍ਹਾਂ
ਇਹ ਪਦਾਰਥਾਂ ਦੀ ਜੇ ਅੰਦਰ ਅੱਗ ਲੱਗੀ ਹੋਵੇ, ਤ੍ਰਿਸ਼ਨਾ ਦੀ ਅੱਗ ਹੋਵੇ, ਤੇ ਹਜੂਰ ਕਹਿੰਦੇ ਭਾਈ ਇਹ ਪਦਾਰਥਾਂ ਦੇ ਨਾਲ ਬੁਝ ਨਹੀਂ ਸਕਦੀ, ਕੇਵਲ ਸੰਤੋਖ ਦੇ ਨਾਲ ਹੀ ਬੁਝ ਸਕਦੀ ਹੈ। ਇਸ ਵਾਸਤੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਸੋਭ ਗੁਣ ਬਖਸ਼ ਕੇ ਸਾਨੂੰ ਸੰਤੋਖ ਬਖਸ਼ ਦੇਣ, ਤੇ ਫੇਰ ਤ੍ਰਿਸ਼ਨਾ ਦੀ ਅੱਗ ਬੁਝ ਸਕਦੀ ਹੈ। ਨਾਨਕ ਉਦਰੇ ਪ੍ਰਭ ਸਰਨਾਏ। ਹਜੂਰ ਫਰਮਾਉਂਦੇ ਹੋਰ ਕੋਈ ਤਰੀਕਾ ਹੀ ਨਹੀਂ ਪਾਈ, ਕੋਈ ਆਪਣੇ ਕਰਮਾਂ ਕਰਕੇ, ਆਪਣੇ ਹੱਠ ਕਰਕੇ ਇਹ ਕਹਿ ਕੇ ਕਿ ਮੈਂ ਜਿੰਨਾ ਜਾਪ ਕਰ ਲਿਆ ਉਹਦੇ ਬਰਾਬਰ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਲ ਦੇ ਦੇਣ। ਨਹੀਂ ਭਾਈ, ਇਹ ਕੋਈ ਤਰੀਕਾ ਨਹੀਂ। ਪਤਾ ਨਹੀਂ ਅਸੀਂ ਤਾਂ ਜਨਮਾਂ ਜਨਮਾਂਤਰਾਂ ਦੇ ਵਿੱਚ ਕਿੰਨੇ ਪਾਪ ਕੀਤੇ ਆ। ਜੇ ਅਸੀਂ ਉਹਦਾ ਫਲ ਮੰਗਣ ਲੱਗੇ ਆਪਣੀ ਭਾਵ ਭਗਤੀ ਦਾ, ਤੇ ਫਿਰ ਤਾਂ ਛੁਟਕਾਰਾ ਹੋ ਹੀ ਨਹੀਂ ਸਕਦਾ। ਕਿਉਂਕਿ ਲੇਖੇ ਕਤੇ ਨ ਛੁਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੀ ਉਸ ਦੇ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ, ਤੇ ਲੇਖੇ ਤੋਂ ਰਹਿਤ ਹੋ ਸਕਦੇ। ਮਹਾਰਾਜ ਸਾਰੇ ਹੀ ਲੇਖੇ ਪਾੜ ਦਿੰਦੇ ਹਨ, ਸੋ ਆਪਦੇ ਚਰਨਾਂ ਵਿੱਚ ਭੇਦ ਕਰ ਲੈਂਦੇ ਹਨ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੱਜ ਦਾ ਦਿਹਾੜਾ ਸਾਧ ਸੰਗਤ ਆਪ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਅੱਜ ਅਮਰ ਸ਼ਹੀਦ ਭਾਈ ਕੇਹਰ ਸਿੰਘ ਜੀ, ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। 6 ਜਨਵਰੀ 1999 ਨੂੰ ਅੱਜ ਦੇ ਦਿਨ ਉਹਨਾਂ ਨੂੰ ਭਾਰਤ ਸਰਕਾਰ ਨੇ ਫਾਂਸੀ ਦੇ ਦਿੱਤੀ ਸੀ। ਕਿਉਂਕਿ ਜਦੋਂ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ, ਕਾਰਨ ਕੀ ਸੀ ਕਿ ਗੁਰੂ ਕੇ ਸਿੱਖ ਆਪਣੇ ਹੱਕ ਮੰਗ ਰਹੇ ਸਨ ਕਿ ਸਾਡੀਆਂ ਕੁਝ ਹੱਕੀ ਮੰਗਾਂ ਨੇ, ਅਸੀਂ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 90% ਤੋਂ ਵੱਧ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਵੰਡ ਵੇਲੇ ਵੱਡੇ ਨੁਕਸਾਨ ਝੱਲੇ ਨੇ, ਬੜੀਆਂ ਵੱਡੀਆਂ ਜਾਇਦਾਦਾਂ ਛੱਡ ਕੇ ਅਸੀਂ ਬੇਘਰ ਹੋ ਗਏ। ਪਰ ਸਾਨੂੰ ਆਜ਼ਾਦ ਭਾਰਤ ਵਿੱਚ ਆਜ਼ਾਦੀ ਤੋਂ ਵਾਂਝੇ ਰੱਖਿਆ ਗਿਆ ਹੈ। ਸਾਨੂੰ ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ, ਸਾਡੇ ਨਾਲ ਦੂਸਰੇ ਸ਼ਹਿਰੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਜੋ ਹਿੰਦੁਸਤਾਨ ਦੀਆਂ ਸਟੇਟਾਂ ਦੇ ਕੁਦਰਤੀ ਸਰੋਤ ਸਨ, ਜਿਨ੍ਹਾਂ ਦੀਆਂ ਸਟੇਟ ਹੀ ਮਾਲਕ ਹਨ, ਉਹਨਾਂ ਤੋਂ ਵੀ ਪੰਜਾਬ ਨੂੰ ਵਾਂਝੇ ਰੱਖਿਆ ਗਿਆ। ਪੰਜਾਬ ਦਾ ਪਾਣੀ ਖੋਇਆ ਗਿਆ, ਪੰਜਾਬ ਤੋਂ ਉਤਪੰਨ ਹੋਣ ਵਾਲੀ ਬਿਜਲੀ ਖੋਹ ਲਈ ਗਈ। ਇਹੀ 2 ਕੁਦਰਤੀ ਸਾਧਨ ਸਨ ਜਿਨ੍ਹਾਂ ਦਾ ਅੱਜ ਤੱਕ ਵੀ ਰੌਲਾ ਚੱਲੀ ਜਾਂਦਾ। ਇਹ ਕੁਝ ਐਸੀਆਂ ਮੰਗਾਂ ਸੀ ਕਿ ਸਾਨੂੰ ਧਾਰਮਿਕ ਤੌਰ 'ਤੇ, ਸਾਨੂੰ ਆਰਥਿਕ ਤੌਰ 'ਤੇ, ਸਾਨੂੰ ਸਮਾਜਿਕ ਤੌਰ 'ਤੇ ਆਜ਼ਾਦੀ ਚਾਹੀਦੀ ਹੈ। ਸੰਪੂਰਨ ਤੌਰ 'ਤੇ ਅਸੀਂ ਆਜ਼ਾਦ ਰਹਿ ਸਕੀਏ। ਸਾਡੇ ਨਾਲ ਹਿੰਦੁਸਤਾਨ ਦੇ ਉਸ ਮੌਕੇ ਦੇ ਲੀਡਰਾਂ ਨੇ, ਜਦੋਂ ਹਿੰਦੁਸਤਾਨ ਗੁਲਾਮ ਸੀ, ਸਦੀਆਂ ਤੋਂ ਗੁਲਾਮੀ ਚੱਲਦੇ ਆ ਰਹੇ, ਇਹਨਾਂ ਲੀਡਰਾਂ ਨੇ ਸਿੱਖ ਆਗੂਆਂ ਦੇ ਨਾਲ ਇਹ ਇਕਰਾਰ ਕੀਤਾ ਸੀ, ਵਾਅਦਾ ਕੀਤਾ ਸੀ, ਇਹ ਬਚਨ ਕੀਤੇ ਸਨ ਕਿ ਜਦੋਂ ਭਾਰਤ ਆਜ਼ਾਦ ਹੋਵੇਗਾ ਤਾਂ ਉੱਤਰੀ ਭਾਰਤ ਵਿੱਚ ਤੁਹਾਨੂੰ ਵੀ ਸੰਪੂਰਨ ਤੌਰ 'ਤੇ ਆਜ਼ਾਦੀ ਮਾਣਨ ਦਾ ਸੁਭਾਗ ਪ੍ਰਾਪਤ ਹੋਵੇਗਾ। ਤੁਹਾਨੂੰ ਇਹੋ ਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਤੁਹਾਡੇ ਧਰਮ ਨੂੰ, ਤੁਹਾਡੇ ਰਹਿਣ ਸਹਿਣ ਨੂੰ, ਤੁਹਾਡੇ ਸਮਾਜਿਕ ਜੀਵਨ ਨੂੰ ਕੋਈ ਆਂਚ ਨਹੀਂ ਆਵੇਗੀ। ਪਰ ਹੋਇਆ ਇਸ ਤੋਂ ਉਲਟ। ਇਸ ਕਰਕੇ ਵੱਡੀ ਜੱਦੋ-ਜਹਿਦ ਕੀਤੀ ਗੁਰੂ ਕੇ ਸਿੱਖਾਂ ਨੇ। ਬਹੁਤ ਲੱਖਾਂ ਦੀ ਗਿਣਤੀ ਵਿੱਚ ਜੇਲ੍ਹਾਂ 'ਚ ਬੰਦ ਹੋਏ, ਸੱਤਿਆਗ੍ਰਹਿ ਚਲਾਇਆ, ਧਰਮ ਯੁੱਧ ਮੋਰਚਾ ਲੱਗਾ। ਜਦੋਂ ਦੁਨੀਆ ਦੀ ਨਜ਼ਰ ਇਸ ਪਾਸੇ ਖਿੱਚੀ ਗਈ ਕਿ ਸਿੱਖ ਕੀ ਚਾਹੁੰਦੇ ਨੇ, ਸਿੱਖ ਤਾਂ ਹਿੰਦੁਸਤਾਨ ਦੇ ਵਿੱਚ ਉਹ ਹਿੱਸਾ ਮੰਗਦੇ ਨੇ ਜਿਹੜਾ ਉਹਨਾਂ ਨਾਲ ਇਕਰਾਰ ਹੋਇਆ ਸੀ। ਜਦੋਂ ਦੁਨੀਆ ਵਿੱਚ ਇਹ ਗੱਲ ਫੈਲਣ ਲੱਗੀ ਤਾਂ ਸਾਡੀ ਆਵਾਜ਼ ਨੂੰ ਬੰਦ ਕਰਨ ਵਾਸਤੇ, ਸਾਡੇ ਮੂੰਹ ਬੰਦ ਕਰਨ ਵਾਸਤੇ, ਆਜ਼ਾਦੀ ਦੀ ਲਹਿਰ ਨੂੰ ਰੋਕਣ ਵਾਸਤੇ, ਸਿੱਖਾਂ ਵਿੱਚ ਜੋ ਜਾਗਰਤੀ ਪੈਦਾ ਹੋ ਰਹੀ ਸੀ ਉਸ ਨੂੰ ਰੋਕਣ ਵਾਸਤੇ ਬੜੇ ਬਲੇਮ ਲਾਏ ਗਏ। ਇੱਥੋਂ ਤੱਕ ਸਮਾਂ ਸੀਮਿਤ ਹੈ, ਮੈਂ ਬੇਨਤੀ ਕਰਾਂ ਕਿ ਭਾਰਤ ਸਰਕਾਰ ਨੇ
ਉਹ ਭਾਰਤ ਦੀ ਮਿਲਟਰੀ ਫੌਜ ਜਿਹਦੇ ਵਿੱਚ ਸਿੱਖ ਸਰਦਾਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ ਦੀਆਂ ਸਰਹੱਦਾਂ 'ਤੇ ਆਪਣਾ ਆਪ ਕੁਰਬਾਨ ਕਰਕੇ ਇਸ ਦੇਸ਼ ਦੀ ਰਾਖੀ ਕਰਨ ਲਈ ਤਤਪਰ ਰਹਿੰਦੇ ਨੇ, ਉਸੇ ਹੀ ਦੇਸ਼ ਦੀ ਮਿਲਟਰੀ ਨੇ, ਫੌਜ ਨੇ ਲੱਖਾਂ ਦੀ ਗਿਣਤੀ ਵਿੱਚ ਤੋਪਾਂ ਟੈਂਕਾਂ ਦੇ ਨਾਲ ਵੱਡੇ ਵੱਡੇ ਜਰਨਲ ਤਾਇਨਾਤ ਕਰਕੇ ਇੱਥੇ ਹਮਲਾ ਕਰ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਢਾਇਆ ਗਿਆ। ਹਜ਼ਾਰਾਂ ਦੀ ਗਿਣਤੀ 'ਚ ਬੇਕਸੂਰ ਸਿੱਖ ਬੱਚੇ ਬੱਚੀਆਂ, ਬਿਰਧ ਮਾਤਾਵਾਂ, ਬਜ਼ੁਰਗਾਂ ਨੂੰ ਸ਼ਹੀਦ ਕੀਤਾ ਗਿਆ। ਔਰ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਬੇਅੰਤ ਗੋਲੀਆਂ ਲੱਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੋਲੀਆਂ ਲੱਗੀਆਂ। ਕੀਰਤਨ ਕਰਦੇ ਹੋਏ ਰਾਗੀ ਸਿੰਘ ਸ਼ਹੀਦ ਕਰ ਦਿੱਤੇ ਗਏ। ਜਦੋਂ ਇਹ ਹਾਲਾਤ ਵੇਖੇ ਤੇ ਫਿਰ ਇੱਥੇ ਕਰਫਿਊ ਲਾ ਕੇ ਸਾਡਾ ਹੋਇਆ ਨੁਕਸਾਨ ਵੀ ਢਕਣ ਦੀ ਕੋਸ਼ਿਸ਼ ਕੀਤੀ, ਵੀ ਕੋਈ ਵੇਖੇ ਬਿਨਾ, ਵੀ ਇਹਨਾਂ ਨੂੰ ਕੁੱਟੋ ਵੀ ਤੇ ਰੋਣ ਵੀ ਨਾ ਦਿਓ। ਜਦੋਂ ਇਹ ਹਾਲਾਤ ਹੋਏ ਤੇ ਜਿਹੜੇ ਨੌਜਵਾਨ ਮਿਲਟਰੀ ਵਿੱਚ ਸਨ, ਫੌਜ ਵਿੱਚ ਸਨ, ਉਹਨਾਂ ਵਿੱਚੋਂ ਹੀ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਿਕਿਉਰਿਟੀ ਵਿੱਚ ਤੈਨਾਤ ਸਨ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਤੇ ਪਾਸੇ ਡਿਊਟੀ ਕਰਦਾ ਸੀ। ਪਰ ਜਦੋਂ ਕੁਝ ਦਿਨਾਂ ਤੋਂ ਬਾਅਦ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ਮੱਥਾ ਟੇਕਣ ਵਾਸਤੇ ਆਏ ਤੇ ਜਦੋਂ ਘੰਟਾ ਘਰ ਤੋਂ ਦਲੀਜਾਂ ਲੰਘੇ ਤੇ ਉਹਨਾਂ ਦੇ ਅੱਥਰੂ ਰੋਕ ਨਾ ਸਕੇ, ਵੀ ਜਿਹੜੀ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਅਸੀਂ ਫੌਲਾਦ ਦੀ ਕੰਧ ਬਣ ਕੇ ਖਲੋਨੇ ਆ, ਉਹ ਤੇ ਹੋਣ ਵਾਲਾ ਵਾਰ ਆਪਣੇ ਤੇ ਝੱਲਣ ਲਈ ਤਤਪਰ ਰਹਿੰਦੇ ਆ। ਉਹਨੇ ਸਾਡਾ ਜਾਨ ਤੋਂ ਪਿਆਰਾ ਅਕਾਲ ਤਖਤ ਢਾਇਆ, ਹਰਿਮੰਦਰ ਸਾਹਿਬ 'ਚ ਗੋਲੀਆਂ ਮਾਰੀਆਂ, ਗੁਰੂ ਗ੍ਰੰਥ ਸਾਹਿਬ ਜ਼ਖਮੀ ਕੀਤੇ ਤੇ ਫਿਰ ਇੱਥੇ ਹੀ ਦਲੀਜਾਂ 'ਤੇ ਖਲੋ ਕੇ ਹੀ ਉਹਨਾਂ ਪਿਆਰਿਆਂ ਨੇ ਅਰਦਾਸਾਂ ਕੀਤੀਆਂ, ਸਤਿਗੁਰੂ ਜੀ ਅਸੀਂ ਹੋਰ ਕੁਝ ਨਹੀਂ ਦੇ ਸਕਦੇ, ਪਰ ਸਮਾਂ ਆਏਗਾ ਸਾਡੇ 'ਤੇ ਬਖਸ਼ਿਸ਼ ਕਰਿਓ। ਅਸੀਂ ਆਪਣਾ ਸੀਸ ਲਾ ਕੇ ਵੀ ਜੇ ਅਸੀਂ ਕੁਝ ਕਰਜ਼ ਚੁਕਾ ਸਕੀਏ ਤੇ ਸਾਡੇ 'ਤੇ ਰਹਿਮਤ ਕਰਿਓ, ਕਿਰਪਾ ਕਰਿਓ। ਇਹ ਬਚਨ ਕਰਕੇ ਚਲੇ ਗਏ ਸਾਧ ਸੰਗਤ ਇੱਥੋਂ। ਸਮਾਂ ਆਇਆ ਤੇ ਫਿਰ ਮਨ ਵਿੱਚ ਸੋਚਿਆ ਕਿ ਪਤਾ ਨਹੀਂ ਕਦੋਂ ਸਮਾਂ ਬਣ ਜਾਏ, ਤੇ ਫਿਰ ਸਾਧ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਦਿੱਲੀ ਵਿਖੇ। ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਸਿੰਘ ਸਜੇ ਕਿ ਜਦੋਂ ਅਸੀਂ ਕੋਈ ਇਹੋ ਜਿਹਾ ਬਹਾਦਰੀ ਦਾ ਕਾਰਨਾਮਾ ਕਰਨਾ ਤੇ ਮੌਤ ਤੇ ਤਲੀ ਤੇ ਰੱਖ ਕੇ ਹੀ ਜਾਣਾ ਪੈਣਾ। ਇਸ ਕਰਕੇ ਅਸੀਂ ਗੁਰੂ ਕੀ ਗੋਦ ਵਿੱਚ ਜਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਫਿਰ ਸਮਾਂ ਆਇਆ। ਸਮਾਂ ਆਉਣ ਤੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਘਰੇ ਹੀ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿ ਸਾਡੇ ਧਰਮ ਨਾਲੋਂ ਕੁਝ ਪਿਆਰਾ ਨਹੀਂ, ਅਸੀਂ ਤੇਰੀ ਡਿਊਟੀ 'ਤੇ ਹਮੇਸ਼ਾ ਤਤਪਰ ਰਹੇ, ਪਰ ਜਦੋਂ ਤੇਰੇ ਰਾਹੀਂ ਸਾਡੇ ਧਰਮ ਦੀ ਹਾਨੀ ਹੋਣੀ ਹੈ, ਧਰਮ ਦੀ ਬੇਅਦਬੀ ਹੋਣੀ ਹੈ, ਅਕਾਲ ਤਖਤ ਸਾਹਿਬ ਢਾਇਆ ਜਾਣਾ ਹੈ, ਤੇ ਫਿਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਸਾਧ ਸੰਗਤ ਜੇ ਚਾਹੁੰਦੇ ਤਾਂ ਜਦੋਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਕੀਤਾ ਤਾਂ ਜਿੰਨੀ ਸਿਕਿਉਰਿਟੀ ਸੀ ਉਹਦੀ, ਸੈਂਕੜਿਆਂ ਦੀ ਗਿਣਤੀ ਵਿੱਚ ਤਾਇਨਾਤ ਤਿੱਬਤ ਦੇ ਜਿਹੜੇ ਨੌਜਵਾਨ ਸੀ ਉਹ ਡਰਦੇ ਹੋਏ ਹਥਿਆਰ ਸੁੱਟ ਗਏ। ਪਰ ਦੋਨਾਂ ਹੀ ਜਾਣਿਆਂ ਨੇ, ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਨੇ ਕਿਹਾ ਕਿ ਹੋਰ ਇੱਕ ਵੀ ਬੰਦੇ 'ਤੇ ਅਸੀਂ ਗੋਲੀ ਨਹੀਂ ਚਲਾਉਣੀ। ਚਾਹੁੰਦੇ ਤਾਂ ਹੋਰ ਕਈਆਂ ਨੂੰ ਮਾਰ ਕੇ ਉੱਥੋਂ ਨਿਕਲ ਸਕਦੇ ਸਨ, ਪਰ ਨਹੀਂ, ਬਹਾਦਰਾਂ ਦੀ ਤਰ੍ਹਾਂ ਇਹ ਰਸਤਾ ਚੁਣਿਆ ਬਈ ਨਹੀਂ, ਹੋਰ ਕਿਸੇ ਬੰਦੇ ਦਾ ਕਤਲ ਨਹੀਂ ਕਰਨਾ, ਕਿਸੇ ਦੇ ਹੋਰ ਕੋਈ ਕਸੂਰ ਨਹੀਂ ਆ, ਤੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਪੇਸ਼ ਕੀਤੇ ਦੇ ਉੱਪਰ ਤੁਰੰਤ ਹੀ ਜਦੋਂ ਫੜ ਲਿਆ, ਹਥਿਆਰ ਲੈ ਲਏ, ਤਾਂ ਫਿਰ ਭਾਈ ਬੇਅੰਤ ਸਿੰਘ ਦਾ ਮੌਕੇ 'ਤੇ ਹੀ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਜਦੋਂ ਬੰਦਾ ਆਪਣੇ ਆਪ ਨੂੰ ਪੇਸ਼ ਕਰ ਦਿੰਦਾ ਹੈ
ਉਹਨੂੰ ਉੱਥੇ ਹੀ ਫੜ ਕੇ ਕਤਲ ਕਰ ਦਿੱਤਾ ਜਾਵੇ। ਭਾਈ ਬੇਅੰਤ ਸਿੰਘ ਦੇ ਕਤਲ ਦਾ ਕੇਸ ਕਿਤੇ ਨਹੀਂ ਚੱਲਿਆ ਵੀ ਕਿਹਨੇ ਕਤਲ ਕੀਤਾ, ਕਿਉਂ ਕਤਲ ਕੀਤਾ। ਉਲਟਾ ਫਿਰ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਕਤਲ ਦਾ ਕੇਸ ਚਲਾਇਆ ਗਿਆ। ਪਰ ਇਹਨਾਂ ਕਦੇ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਕਿ ਅਸੀਂ ਅਣਜਾਣਪੁਣੇ ਵਿੱਚ ਗੋਲੀ ਚਲਾ ਦਿੱਤੀ, ਭੁਲੇਖੇ ਨਾ ਹੋ ਗਿਆ। ਨਹੀਂ, ਉਹਨਾਂ ਨੇ ਕਿਹਾ ਸਾਡਾ ਅਕਾਲ ਤਖ਼ਤ ਆਇਆ, ਸਾਡੇ ਪਵਿੱਤਰ ਜਾਨ ਤੋਂ ਪਿਆਰੇ ਹਰਿਮੰਦਰ ਤੇ ਤੋਪਾਂ ਚੱਲੀਆਂ, ਇਸ ਕਰਕੇ ਅਸੀਂ ਇਹਦਾ ਕਤਲ ਕੀਤਾ ਹੈ। ਤੇ ਫਿਰ ਹੱਸ ਹੱਸ ਕੇ ਸਾਧ ਸੰਗਤ ਫਾਂਸੀ ਦੇ ਰੱਸੇ ਚੁੰਮੇ। ਦਾਸ ਵੀ ਉਦੋਂ ਤਿਹਾੜ ਜੇਲ੍ਹ ਵਿੱਚ ਸੀ। ਜਦੋਂ ਮਾਤਾ ਪਿਆਰ ਕੌਰ ਨੇ ਮੁਲਾਕਾਤ ਕਰਨ ਜਾਣਾ, ਦਾਸ ਦੀ ਮਾਤਾ ਵੀ ਜਾਂਦੀ ਸੀ ਮੁਲਾਕਾਤ ਕਰਨ। ਕਈ ਦਿਨ ਬੈਠੇ ਰਹਿਣਾ, ਘੰਟਿਆਂ ਬੱਧੀ ਤਿਹਾੜ ਜੇਲ੍ਹ ਦੇ ਬਾਹਰ ਬੈਠੇ ਰਹਿਣਾ। ਤੇ ਮੁਲਾਕਾਤ ਕਰਨ ਵੇਲੇ ਵੀ ਭਾਈ ਸਤਵੰਤ ਸਿੰਘ ਦੀ ਮਾਤਾ ਨੇ ਇਹੀ ਕਹਿਣਾ, ਪੁੱਤਰ ਤੁਸੀਂ ਜੋ ਕੁਝ ਕਰਿਆ ਕਲਗੀਧਰ ਮਹਾਰਾਜ ਨੇ ਤੁਹਾਡੇ ਤੋਂ ਕਰਵਾਇਆ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਘਬਰਾਉਣਾ ਨਹੀਂ। ਜ਼ਿੰਦਗੀ ਨੇ ਇੱਕ ਦਿਨ ਪੂਰੇ ਹੋਣਾ ਹੀ ਹੈ, ਸੰਸਾਰ ਤੋਂ ਜਾਣਾ ਹੀ ਹੈ, ਪਰ ਤੁਹਾਡੀ ਜ਼ਿੰਦਗੀ ਲੇਖੇ ਵਿੱਚ ਲੱਗ ਗਈ। ਇਹੋ ਜਿਹੀਆਂ ਮਾਵਾਂ ਜਦੋਂ ਇਹ ਉਪਦੇਸ਼ ਦਿੰਦੀਆਂ ਨਾ, ਤੇ ਫਿਰ ਜੇਲ੍ਹਾਂ ਵੀ ਬਿਹਸਤ ਬਣ ਜਾਂਦੀਆਂ, ਫਿਰ ਕੋਈ ਡਰ ਨਹੀਂ ਰਹਿੰਦਾ। ਉਹ ਭਾਈ ਕੇਹਰ ਸਿੰਘ ਜੀ ਨੇ ਨਿਤਨੇਮ ਤੋਂ ਬਾਅਦ ਰੋਜ਼ਾਨਾ ਹੀ ਅਰਦਾਸ ਕਰਨੀ ਕਿ ਸਤਿਗੁਰੂ ਪਾਤਸ਼ਾਹ ਕਦੋਂ ਤੁਹਾਡੀ ਗੋਦ ਪ੍ਰਾਪਤ ਹੋਊਗੀ, ਕਿੰਨੇ ਕੁ ਦਿਨ ਹੋਰ ਲੱਗਣਗੇ। ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਮੈਨੂੰ ਆਪ ਇਹ ਗੱਲਾਂ ਦੱਸੀਆਂ। ਕਹਿੰਦੇ ਇਹੋ ਜਿਹੇ ਬੰਦੇ, ਜਦੋਂ ਅਸੀਂ ਪੁੱਛਣਾ ਕਿ ਕਾਸ ਨੂੰ ਪੁੱਛਦੇ ਹਾਂ ਕਿੰਨੇ ਕੁ ਦਿਨ ਹੋਰ ਲੱਗਣਗੇ, ਤੁਹਾਡੀ ਰਿਹਾਈ ਹੋਊਗੀ, ਕਹਿੰਦੇ ਸਾਡੀ ਰਿਹਾਈ ਨਹੀਂ ਹੋਊਗੀ, ਸਾਡੀ ਜ਼ਿੰਦਗੀ ਦੀ ਸਫਲਤਾ ਪ੍ਰਾਪਤ ਹੋਏਗੀ। ਕਹਿੰਦੇ ਉਹ ਕਿਵੇਂ? ਕਹਿੰਦੇ ਸਾਡੇ ਗਲ ਵਿੱਚ ਫਾਂਸੀ ਦੇ ਰੱਸੇ ਪੈਣਗੇ ਤੇ ਲੋਕ ਤੇ ਜੇਲ੍ਹ ਅਧਿਕਾਰੀ ਕਹਿਣਗੇ ਕਿ ਅਸੀਂ ਇਹਨਾਂ ਨੂੰ ਮਾਰ ਦਿੱਤਾ ਹੈ, ਤੇ ਪਰ ਸਾਡੀ ਰੂਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਗਦਗਦ ਹੋ ਕੇ ਜਾਵੇਗੀ, ਅਸੀਂ ਸੁਰਖਰੂ ਹੋ ਕੇ ਜਾਵਾਂਗੇ। ਕਹਿੰਦੇ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਮੌਤ ਦਾ ਡਰ ਹੀ ਨਹੀਂ, ਰੋਜ਼ ਅਰਦਾਸਾਂ ਕਰਨੀਆਂ, ਸਤਿਗੁਰੂ ਜੀ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਸਾਡੀ ਮੰਜ਼ਿਲ ਪ੍ਰਾਪਤ ਹੋ ਜਾਵੇ। ਤੇ ਰੋਜ਼ ਕੀਰਤਨ ਸੋਲੇ ਦਾ ਪਾਠ ਕਰਕੇ ਅਰਦਾਸਾਂ ਹੀ ਇਹ ਕਰਨੀਆਂ। ਅੱਜ ਉਹਨਾਂ ਗੁਰੂ ਕੇ ਪਿਆਰਿਆਂ ਦਾ ਸ਼ਹੀਦੀ ਦਿਹਾੜਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਇਆ ਜਾਣਾ ਹੈ, ਫਿਰ ਅਗਵਾਨ ਪਿੰਡ ਵਿੱਚ ਵੀ ਮਨਾਇਆ ਜਾਣਾ ਹੈ। ਸਾਧ ਸੰਗਤ ਜੀ, ਇਹ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕਰਕੇ ਸਿੱਖ ਕੌਮ ਦਾ ਮਾਣ, ਸਿੱਖ ਕੌਮ ਦੀ ਇੱਜ਼ਤ, ਸਵੈਮਾਨ ਨੂੰ ਚਾਰ ਚੰਦ ਲਾਏ ਨੇ। ਇਹ ਸਿੱਖ ਉਹ ਸਿੱਖ ਨੇ, ਕਦੇ ਭਾਈ ਸ਼ਵੇਕ ਸਿੰਘ, ਸ਼ਾਹਬਾਜ਼ ਸਿੰਘ, ਕਦੇ ਬਾਬਾ ਭਾਈ ਤਾਰੂ ਸਿੰਘ ਜੀ, ਕਦੇ ਭਾਈ ਮਣੀ ਸਿੰਘ ਜੀ। ਇਹ ਹੁੰਦਾ ਰਹਿੰਦਾ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸਤਿਗੁਰੂ ਦੇ ਪਿਆਰਿਆਂ ਦੇ ਚਰਨਾਂ ਵਿੱਚ ਕਰੋੜਾਂ ਵਾਰ ਨਮਸਕਾਰ ਹੈ, ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਧਰਮ ਨੂੰ ਪਹਿਲ ਦੇ ਕੇ ਧਰਮ ਤੋਂ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ। ਨਹੀਂ ਸੀ ਕੋਈ ਦੁਸ਼ਮਣੀ, ਨਹੀਂ ਸੀ ਕੋਈ ਵੈਰ, ਪਰ ਧਰਮ ਨੂੰ ਪਿਆਰਾ ਸਮਝ ਕੇ ਸਾਧ ਸੰਗਤ ਆਪਣਾ ਕੁਰਬਾਨ ਕਰਨ ਵਾਲੇ ਗੁਰੂ ਕੇ ਪਿਆਰਿਆਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਅੱਜ ਤੁਸੀਂ ਨਜ਼ਰ ਮਾਰ ਕੇ ਵੇਖੋ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਅੱਜ ਜੋ ਕਿਸਾਨ ਬੈਠੇ ਨੇ ਚਾਰ ਸਵੇਰੇ ਸਰਹੱਦਾਂ ਤੇ, ਅਸੀਂ ਕੁਝ ਕਹੀਏ ਤਾਂ ਕਈ ਵਾਰ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਲੋਕਾਂ ਦਾ ਕੰਮ ਹੀ ਆ ਰੋਜ਼ ਬੋਲੀ ਜਾਣਾ ਕੁਛ ਨਾ ਕੁਛ। ਕੱਲ੍ਹ ਮੈਂ ਇੱਕ ਇੰਟਰਵਿਊ ਸੁਣੀ, ਜੋ ਜਿਹੜੀ ਮੌਜੂਦਾ ਸਰਕਾਰ ਹੈ ਭਾਰਤ ਦੀ, ਉਸੇ ਦਾ ਹੀ ਇੱਕ MP ਹੈ, ਡਾਕਟਰ ਸੁਬਰਾਮਣੀਅਮ ਸਵਾਮੀ। ਉਹਦੀ ਮੈਂ ਇੰਟਰਵਿਊ ਸੁਣੀ। ਉਹਨੂੰ ਪੱਤਰਕਾਰ ਪੁੱਛਦੇ ਨੇ ਕਿ ਤੈਨੂੰ ਕੀ ਲੱਗਦਾ ਹੈ ਕਿ ਜਿਹੜੇ ਸਿੱਖ ਲੋਕ ਹੈ ਉਹ ਭਾਜਪਾ ਨਾਲੋਂ ਉਹਨਾਂ ਦਾ ਵੋਟ ਬੈਂਕ ਟੁੱਟ ਜਾਏਗਾ? ਉਹ ਕਹਿੰਦਾ ਮੈਨੂੰ ਇਹਦਾ ਖਤਰਾ ਨਹੀਂ ਕਿ ਭਾਜਪਾ ਜਿਹੜੀ ਹੈ ਸਿੱਖਾਂ ਦਾ ਵੋਟ ਬੈਂਕ ਗਵਾ ਚੁੱਕੀ ਹੈ, ਇਹ ਤਾਂ ਗਵਾ ਹੀ ਚੁੱਕੀ ਹੈ, ਮੈਨੂੰ ਇਹਦਾ ਖਤਰਾ ਨਹੀਂ। ਕਹਿੰਦੇ ਫਿਰ ਤੈਨੂੰ ਕਿਸ ਗੱਲ ਦਾ ਫਿਕਰ ਹੈ, ਕਿਸ ਗੱਲ ਦਾ ਖਤਰਾ ਹੈ? ਕਹਿੰਦਾ ਮੈਨੂੰ ਇਸ ਗੱਲ ਦਾ ਫਿਕਰ ਹੈ, ਇਸ ਗੱਲ ਦਾ ਖਤਰਾ ਹੈ ਕਿ ਭਾਰਤ ਸਰਕਾਰ ਕੇਵਲ ਵੋਟ ਹੀ ਨਹੀਂ, ਸਮੁੱਚੀ ਸਿੱਖ ਕੌਮ ਨੂੰ ਹਿੰਦੁਸਤਾਨ ਨਾਲੋਂ ਨਾ ਤੋੜ ਬੈਠੇ ਕਿਤੇ। ਕਹਿੰਦੇ ਮੈਨੂੰ ਇਸ ਗੱਲ ਦਾ ਖਤਰਾ। ਇਹ ਸੁਬਰਾਮਣੀਅਮ ਕੱਲ੍ਹ ਦੀ ਉਹਦੀ ਇੰਟਰਵਿਊ ਹੈ।
ਸਾਧ ਸੰਗਤ ਜਦੋਂ ਇਹੋ ਜਿਹੇ ਲੋਕ ਸੁਚੇਤ ਕਰਦੇ ਨੇ ਤੇ ਸਮਾਂ ਲੰਘੇ ਤੋਂ, ਸਮੇਂ ਦੀ ਬਰਬਾਦੀ ਤੋਂ ਬਾਅਦ ਇਹੋ ਜਿਹੇ ਲੋਕਾਂ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਜਿਹੜੇ ਹੈਂਕੜ ਦੇ ਵਿੱਚ ਆਪਣੀ ਆਪ ਦੀ ਹਕੂਮਤ ਨੂੰ ਵੱਡਾ ਸਮਝ ਕੇ ਦੁਨੀਆ ਨਾਲ ਇਨਸਾਫ ਕਰਨਾ ਭੁੱਲ ਜਾਂਦੇ ਨੇ। ਸੋ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਸਾਧ ਸੰਗਤ, ਮੈਂ 2 ਤਰੀਕ ਤੋਂ 2 ਦਸੰਬਰ ਤੋਂ ਉੱਥੇ ਆ, ਮੈਂ ਵੇਖਿਆ ਕਿਸੇ ਨੂੰ ਕੋਈ ਪਰਵਾਹ ਨਹੀਂ। ਜਿੰਨੇ ਗੁਰੂ ਕੀਆਂ ਸਿੱਖ ਸੰਗਤਾਂ ਉੱਥੇ ਬੈਠੀਆਂ ਨਾ, ਮੀਂਹ ਪੈਂਦਾ ਹੈ, ਬਾਰਿਸ਼ਾਂ ਪੈਂਦੀਆਂ, ਚੀਰਵੀਂ ਹਵਾ ਵਗਦੀ ਆ, ਠੰਡ ਹੈ, ਪਰ ਇੱਕੋ ਗੱਲ, ਹਰ ਕੈਂਪ ਦੇ ਵਿੱਚ, ਹਰ ਟੈਂਟ ਦੇ ਵਿੱਚ ਬਾਣੀ ਪੜ੍ਹੀ ਜਾ ਰਹੀ ਹੈ। ਹਰ ਟੈਂਟ ਦੇ ਵਿੱਚ ਜਕਾਰੇ ਛੱਡੇ ਜਾ ਰਹੇ ਨੇ ਕਿ ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਨਾ ਘਬਰਾਉਣਾ ਹੈ, ਨਾ ਅਸੀਂ ਡੋਲਣਾ ਹੈ, ਨਾ ਅਸੀਂ ਝੁਕਣਾ ਹੈ, ਨਾ ਅਸੀਂ ਕਿਸੇ ਦੀ ਈਨ ਮੰਨਣੀ ਹੈ। ਹਰ ਮਾਈ ਭਾਈ ਬਜ਼ੁਰਗ ਬੱਚਿਆਂ ਦੀ ਜ਼ੁਬਾਨ 'ਤੇ ਗੱਲ ਹੀ ਇੱਕ ਹੈ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖਾਂ ਨੂੰ ਗੁਰੂ ਦਾ ਆਸਰਾ ਭਾਈ, ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਅਖੀਰ ਨੂੰ ਜਿਹੜੀ ਜਿੱਤ ਪ੍ਰਾਪਤ ਗੁਰੂ ਨੇ ਇਹਨਾਂ ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ ਕਰਨੀ ਹੈ। ਆਪਾਂ ਸਭਨਾਂ ਨੂੰ ਹੀ ਆਪਣੇ ਆਪਣੇ ਢੰਗ ਦੇ ਨਾਲ ਅਰਦਾਸਾਂ ਕਰਕੇ, ਬੇਨਤੀਆਂ ਕਰਕੇ ਸਾਥ ਦੇਣਾ ਚਾਹੀਦਾ ਹੈ। ਆਓ ਲੜੀਵਾਰ ਸ਼ਬਦ ਦੀ ਵਿਚਾਰ ਥੋੜ੍ਹੀ ਜਿਹੀ, ਜਿੰਨਾ ਵੀ ਸਮਾਂ ਬਖਸ਼ਿਆ ਮਹਾਰਾਜ ਨੇ, ਉਹ ਵੀ ਭਾਈ ਸਰਵਣ ਕਰੀਏ। ਸ਼ਲੋਕ ਮਹੱਲਾ ਤੀਜਾ। ਇਸ ਜੁਗ ਮਹਿ ਭਗਤੀ ਹਰ ਤਨ ਖਟਿਆ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਬਲਾਵਲ ਦੀ ਰਾਗ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਪਰ ਜਿਹੜੇ ਸ਼ਲੋਕ ਨੇ ਉਹ ਦੂਸਰੇ ਸਤਿਗੁਰੂ ਸਾਹਿਬਾਨਾਂ ਨੇ ਵੀ ਵਿੱਚ ਦਰਜ ਕੀਤੇ ਨੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ ਕਿ ਜਿਹੜੇ ਹਰੀ ਦੇ ਜਨ ਹਨ, ਪਰਮਾਤਮਾ ਦੇ ਭਗਤ ਹਨ, ਉਹਨਾਂ ਨੇ ਭਗਤੀ ਦਾ ਖਜ਼ਾਨਾ ਪ੍ਰਾਪਤ ਕੀਤਾ ਹੈ। ਹੋਰ ਸਭ ਜਗਤ ਭਰਮ ਭੁਲਾਇਆ। ਹੋਰ ਸਾਰਾ ਹੀ ਜਗਤ, ਜਿੰਨਾ ਹੀ 4 ਖਾਣੀਆਂ ਦਾ 4 ਯੁੱਗਾਂ ਤੋਂ ਲੈ ਕੇ ਜਿੰਨਾ ਜਗਤ ਹੈ, ਉਹ ਮਾਇਆ ਦੇ ਭਰਮ ਦੇ ਵਿੱਚ ਹੀ ਭਰਮਿਆ ਹੋਇਆ ਹੈ, ਭੁਲਾਇਆ ਹੋਇਆ ਹੈ। ਗੁਰ ਪ੍ਰਸਾਦੀ ਨਾਮ ਮਨ ਵਸਿਆ। ਗੁਰੂ ਦੀ ਕਿਰਪਾ ਨਾਲ ਭਾਈ ਬਹੁਤ ਸਾਰੇ ਗੁਰੂ ਕੇ ਪਿਆਰਿਆਂ ਦੇ ਜਿਹੜੇ ਗੁਰੂ ਨਾਲ ਜੁੜੇ ਹਨ, ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਅਨ ਦਿਨ ਨਾਮ ਧਿਆਇਆ। ਕਿਉਂਕਿ ਉਹ ਦਿਨੇ ਰਾਤ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦੇ ਹਨ। ਵਿਖਿਆ ਮਾਹੇ ਉਦਾਸ ਹੈ। ਕਹਿੰਦੇ ਭਾਈ ਉਹ ਮਾਇਆ ਦੇ ਵਿੱਚ ਵੀ ਉਦਾਸ ਰਹਿੰਦੇ ਹਨ, ਸੰਤੁਸ਼ਟ ਰਹਿੰਦੇ ਹਨ। ਮਾਇਆ ਦੇ ਵਿੱਚ ਪਲਚਦੇ ਨਹੀਂ, ਭਰਮਦੇ ਨਹੀਂ। ਮੈਂ ਸ਼ਬਦ ਜਲਾਇਆ। ਉਹਨਾਂ ਨੇ ਭਾਈ ਨਾਮ ਰੂਪ ਸ਼ਬਦ ਦੇ ਨਾਲ ਵਾਹਿਗੁਰੂ ਦਾ ਨਾਮ ਜਪ ਜਪ ਕੇ ਜਿਹੜੇ ਮਨ ਦੇ ਵਿੱਚ ਉਹ ਹਉਮੈ ਪੰਖ ਪਸਾਰ ਕੇ ਬੈਠੀ ਸੀ, ਉਸ ਹਉਮੈ ਨੂੰ ਸਾੜ ਲਿਆ। ਉਹਨਾਂ ਦੇ ਮਨ ਵਿੱਚ ਸਤਿਗੁਰੂ ਜੀ ਨੇ ਇਹ ਕਿਰਪਾ ਕਰ ਦਿੱਤੀ, ਹਉ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਏਕੋ ਹੋਵੈ। ਆਪ ਤਰਿਆ ਕੁਲ ਉਦਰੇ। ਉਹ ਆਪ ਤਰ ਗਏ ਤੇ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲਿਆ। ਧਨ ਜਨੇਦੀ ਮਾਇਆ। ਸੋ ਉਹਨਾਂ ਦੀ ਮਾਤਾ ਵੀ ਧਨ ਹੈ, ਜਿਨ੍ਹਾਂ ਨੇ ਐਸੇ ਸਾਧ ਜਨਾਂ ਨੂੰ, ਸਤਪੁਰਖਾਂ ਨੂੰ ਜਨਮ ਦਿੱਤਾ ਹੈ। ਤਿੰਨ ਧਨ ਜਨੇਦੀ ਮਾਏ ਆਏ ਸਫਲ ਤੇ, ਉਹ ਸਫਲ ਹੈ ਭਾਈ। ਉਹਨਾਂ ਦੀ ਮਾਤਾ ਵੀ ਸਫਲ ਹੈ। ਸਦਾ ਸਹਿਜ ਸੁਖ ਮਨ ਵਸਿਆ। ਉਹਨਾਂ ਦੇ ਸਦਾ ਹੀ ਜਿਹੜਾ ਸੰਤੋਖ ਹੈ, ਉਹ ਭਾਈ ਜਿਹੜਾ ਗਿਆਨ ਹੈ, ਉਹਨਾਂ ਦੇ ਮਨ ਵਿੱਚ ਸਹਿਜ ਗਿਆਨ ਵਸ ਜਾਂਦਾ ਹੈ। ਸੱਚੇ ਸਿਉ ਲਿਵ ਲਾਇਆ। ਕਿਉਂਕਿ ਉਹਨਾਂ ਨੇ ਹੋਰਨਾਂ ਦੀਆਂ ਆਸਾਂ ਛੱਡ ਕੇ ਸੱਚੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜ ਲਿਆ, ਉਹਦੇ ਨਾਲ ਲਿਵ ਜੋੜੀ ਹੈ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ। ਸਤਿਗੁਰੂ ਜੀ ਫਰਮਾਉਂਦੇ, ਕੋਈ ਬ੍ਰਹਮਾ ਦੀ ਉਪਾਸਨਾ ਕਰਦਾ ਹੈ, ਕੋਈ ਸ਼ਿਵ ਜੀ ਦੀ ਪੂਜਾ ਕਰਦਾ ਹੈ, ਕੋਈ ਵਿਸ਼ਨੂੰ ਦੀ ਪੂਜਾ ਕਰਦਾ ਹੈ। ਕਹਿੰਦੇ ਇਹ ਤੇ ਆਪ ਤਿੰਨਾਂ ਗੁਣਾਂ ਦੇ ਵਿੱਚ ਭੁੱਲੇ ਹੋਏ ਹਨ। ਕੋਈ ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਦੇ ਵਿੱਚ ਭੁੱਲੇ ਹੋਏ ਹੈ। ਸਾਧ ਸੰਗਤ ਜੀ, ਸਮਾਂ ਸੀ ਇੱਕ ਵਾਰੀ ਬ੍ਰਹਮਾ ਜੀ ਵੀ ਸ੍ਰਸ਼ਟੀ ਜਿਹੜੀ ਉਹਨਾਂ ਦੀ ਹੀ ਬੇਟੀ ਸੀ, ਉਹਨਾਂ ਦੀ ਪੁੱਤਰੀ ਸੀ, ਉਹਨਾਂ ਦਾ ਸਰੂਪ ਵੇਖ ਕੇ ਲੁਭਾਇਮਾਨ ਹੋ ਗਏ। ਜੋ ਸ਼ਿਵ ਜੀ ਵੀ ਮੋਹਣੀ ਰੂਪ ਦੇ ਵਿੱਚ, ਉਹ ਵੀ ਡੋਲ ਗਏ ਸਨ, ਉਹ ਵੀ ਕਾਮ ਦੀ ਵਾਸ਼ਨਾ ਤੋਂ ਬਚ ਨਹੀਂ ਸਕੇ ਸਨ। ਇਸੇ ਤਰ੍ਹਾਂ ਜਿਹੜਾ ਜਲੰਧਰ ਦੇ ਘਰ ਵਾਲੀ ਸੀ, ਉਹਦੇ ਉੱਪਰ ਲੁਭਾਇਮਾਨ ਹੋ ਕੇ ਵਿਸ਼ਨੂੰ ਦਾ ਵੀ ਬੁਰਾ ਹਾਲ ਹੋ ਗਿਆ ਸੀ, ਸਤਿਭੰਗ ਕਰ ਬੈਠਾ ਸੀ। ਸੋ ਮਹਾਰਾਜ ਕਹਿੰਦੇ ਇਹ ਤੇ ਆਪ ਵਿਸ਼ਿਆਂ ਦੇ ਵਿੱਚ ਭੁੱਲੇ ਹੋਏ ਹਨ। ਬ੍ਰਹਮਾ ਵਿਸ਼ਨ ਸਿਰੇ ਤੇ ਅਗੰਤ, ਤਿਨ ਕੋ ਮੋਹ ਭਇਆ ਮਨ ਮਦ ਕਾ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨਾ, ਇਹ ਵੀ ਮੋਹ ਦੇ ਗ੍ਰਸੇ ਹੋਏ ਹਨ। ਹਉਮੈ ਮੋਹ ਵਧਾਇਆ। ਇਹਨਾਂ ਦੇ ਵਿੱਚ ਵੀ ਭਾਈ ਹਉਮੈ ਨੇ ਐਡਾ
ਅਧਿਕਾਰ ਜਮਾਇਆ ਹੋਇਆ ਹੈ ਕਿ ਹਉਮੈ ਦੇ ਨਾਲ ਮੋਹ ਵਿੱਚ ਵਧਿਆ ਹੋਇਆ ਹੈ। ਪੰਡਿਤ ਪੜ ਪੜ ਮੋਨੇ ਭੁੱਲੇ। ਹਜ਼ੂਰ ਫਰਮਾਉਂਦੇ ਹਨ, ਜਿਨ੍ਹਾਂ ਪੰਡਤਾਂ ਨੂੰ ਨਮਸਕਾਰਾਂ ਕਰਦੇ ਹੋ, ਜਿਹੜੇ ਮੋਹਨ ਧਾਰ ਕੇ ਕਲਪਨਾ ਬਣਾਈ ਬੈਠੇ ਨੇ ਮਨ ਵਿੱਚ। ਹਜ਼ੂਰ ਫਰਮਾਉਂਦੇ ਹਨ, ਵੱਡੇ ਵੱਡੇ ਜਿਹੜੇ ਪੰਡਤ ਹਨ, ਜਿਹੜੇ ਨਾਮ ਤੋਂ ਸੱਖਣੇ ਹਨ, ਜਿਹੜੇ ਪਖੰਡੀ ਹਨ, ਕਹਿੰਦੇ ਉਹ ਭਾਈ ਨਾਮ ਤੋਂ ਭੁੱਲੇ ਨੇ। ਇਸੇ ਤਰ੍ਹਾਂ ਜਿਹੜੇ ਮੋਨੀ ਹਨ, ਮੋਹਨ ਧਾਰ ਕੇ ਬੈਠੇ ਨੇ, ਤੇ ਉਹ ਅੰਦਰ ਦੀ ਕਲਪਨਾ ਜਿਹੜੀ ਉਹਨਾਂ ਨੂੰ ਭਵਾਈ ਫਿਰਦੀ ਹੈ, ਸੇ ਇਹ ਵੀ ਨਾਮ ਤੋਂ ਨਾਮ ਵਿਸਾਰ ਕੇ ਭੁੱਲੇ ਹੋਏ ਹਨ। ਦੂਜੈ ਭਾਏ ਚਿਤ ਲਾਇਆ। ਇਹ ਵੀ ਕਹਿੰਦੇ ਦਵੈਤ ਭਾਵ ਦੇ ਵਿੱਚ ਚਿਤ ਲਾ ਕੇ ਬੈਠਦੇ ਨੇ। ਜਿਹੜਾ ਨਮਸਕਾਰ ਕਰੇ ਉਹਨੂੰ ਚੰਗਾ ਸਮਝਦੇ ਨੇ, ਜਿਹੜਾ ਨਾ ਕਰੇ ਉਹਦੇ ਵਿੱਚ ਦਵੈਸ਼ ਭਾਵ ਹੀ ਬਣਾਈ ਬੈਠੇ ਹਨ। ਜੋਗੀ ਜੰਗਮ ਸੰਨਿਆਸੀ ਭੁੱਲੇ। ਕਹਿੰਦੇ ਭਾਈ ਜੋਗੀ ਵੀ ਤੇ ਸੰਨਿਆਸੀ ਵੀ ਜਿਹੜੇ ਪਾਰਵਤੀ ਤੇ ਸ਼ਿਵ ਜੀ ਦਾ ਵਿਆਹ ਗਾਉਂਦੇ ਫਿਰਦੇ ਨਾ, ਕਹਿੰਦੇ ਇਹ ਦੱਤਾਤਰੇ ਤੋਂ ਪੈਦਾ ਹੋਏ ਜਿਹੜੇ ਸੰਨਿਆਸੀ ਹਨ, ਇਹ ਵੀ ਕਹਿੰਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਭੁੱਲੇ ਹੋਏ ਹਨ। ਬਿਨ ਗੁਰ ਤਤ ਨਾ ਪਾਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਤੋਂ, ਤਤ ਗਿਆਨ ਤੋਂ ਬਿਨਾਂ ਕੋਈ ਇਸ ਤਤ ਸਿਧਾਂਤ ਨੂੰ, ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ਾਦਾ ਨੂੰ ਸਮਝ ਹੀ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਇਸ ਸਿਧਾਂਤ ਨੂੰ ਆਪਦੇ ਸਿੱਖਾਂ ਪਿਆਰਿਆਂ ਨੂੰ ਸਮਝਾ ਦਿੰਦੇ ਹਨ। ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ। ਹਜ਼ੂਰ ਫਰਮਾਉਂਦੇ ਹਨ, ਜਿਹੜੇ ਭਾਈ ਮਨ ਨੂੰ ਮੁਖੀ ਬਣਾਈ ਫਿਰਦੇ ਨੇ, ਉਹ ਤਾਂ ਸਦਾ ਹੀ ਭਰਮ ਦੇ ਵਿੱਚ ਭੁੱਲੇ ਹੋਏ ਹਨ। ਤਿਨੀ ਬਿਰਥਾ ਜਨਮ ਗਵਾਇਆ। ਆਪਣਾ ਜਨਮ ਹੀ ਸਾਰਾ ਬਿਰਥਾ ਗਵਾ ਲਿਆ ਉਹਨਾਂ ਨੇ। ਨਾਨਕ ਨਾਮ ਰਤੇ ਸੇ ਜਨ ਸਮਦੇ। ਹਜ਼ੂਰ ਫਰਮਾਉਂਦੇ, ਜਿਹੜੇ ਨਾਮ ਦੇ ਵਿੱਚ ਭਾਈ ਜਿਨ੍ਹਾਂ ਨੇ ਨਾਮ ਜਪਿਆ, ਨਾਮ ਦੇ ਵਿੱਚ ਰੰਗੇ ਗਏ, ਉਹ ਸਮਝਦੇ ਉਹ ਸਮਝ ਗਏ ਕਿ ਸਾਡਾ ਜੀਵਨ ਕਿਸ ਵਾਸਤੇ ਮਿਲਿਆ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਜੇ ਆਪੇ ਬਖਸ਼ ਮਿਲਾਇਆ। ਤੇ ਇਹ ਵੀ ਸਮਝਦੇ ਹਨ ਕਿ ਸਤਿਗੁਰੂ ਆਪ ਹੀ ਬਖਸ਼ਿਸ਼ ਕਰਕੇ ਸਾਨੂੰ ਆਪ ਵਿੱਚ ਅਭੇਦ ਕਰ ਲੈਣਗੇ। ਮਹੱਲਾ ਤੀਜਾ। ਨਾਨਕ ਸੋ ਸਾਲਾਹੀਆ। ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜੇ ਇੰਨੀ ਦੁਨੀਆ ਬਰਮਾ ਵਿਸ਼ਨੂੰ ਵਰਗੇ, ਸ਼ਿਵ ਜੀ ਵਰਗੇ ਭੁੱਲੇ ਹਨ ਤੇ ਫਿਰ ਕੀ ਕਰਨਾ ਚਾਹੀਦਾ ਹੈ। ਫਿਰ ਪੜੋ ਜੀ। ਨਾਨਕ ਸੋ ਸਾਲਾਹੀਆ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਦੀ ਸਲਾਹੁਤ ਕਰਨੀ ਚਾਹੀਦੀ ਹੈ, ਉਸ ਦਾ ਨਾਮ ਜਪਣਾ ਚਾਹੀਦਾ ਹੈ। ਜਿਸ ਵਸ ਸਭ ਕਿਛ ਹੋਏ। ਕਹਿੰਦੇ ਭਾਈ ਜਿਹਦੇ ਵਸ ਹੈ ਸਾਰਾ ਕੁਝ, ਜਨਮ ਮਰਨ ਮੌਤ ਵਡਿਆਈਆਂ ਸੋਭਾ, ਸਾਰਾ ਕੁਝ ਜਿਸ ਦੇ ਵਸ ਹੈ, ਉਸ ਦੀ ਸਲਾਹੁਤ ਕਰਨੀ ਚਾਹੀਦੀ ਹੈ। ਇਸ ਹਿਸਰੇਵ ਪ੍ਰਾਣੀ ਹੋ। ਇਹ ਪ੍ਰਾਣੀਓ ਗੁਰਸਿੱਖੋ, ਉਹਦੀ ਸੇਵਾ ਕਰਨੀ ਕਰੋ। ਤਿਸ ਬਿਨ ਅਵਰ ਨਾ ਕੋਏ। ਕਹਿੰਦੇ ਉਹਦੇ ਤੋਂ ਬਿਨਾ ਕੁਝ ਹੋਰ ਹੋ ਹੀ ਨਹੀਂ ਸਕਦਾ। ਐਵੇਂ ਨਾ ਜਾ ਕੇ ਮੱਢਾਂ ਦੇ ਉੱਪਰ, ਮੱਢੀਆਂ ਤੇ ਜਾ ਕੇ ਕਬਰਾਂ ਤੇ ਮੱਥੇ ਟੇਕਦੇ ਫਿਰੋ। ਜੋ ਕੁਝ ਕਰਨਾ ਹੈ ਪਰਮਾਤਮਾ ਨੇ ਕਰਨਾ ਹੈ, ਤੇ ਪਰਮਾਤਮਾ ਦੇ ਨਾਮ ਵਿੱਚ ਆਪਣੇ ਮਨ ਨੂੰ ਜੋੜ ਕੇ ਰੱਖੋ। ਗੁਰਮੁਖ ਅੰਤਰ ਮਨ ਵਸਾ। ਗੁਰਮੁਖਾਂ ਦੇ ਅੰਦਰ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ। ਸਦਾ ਸਦਾ ਸੁਖ ਹੋਏ। ਉਹਨਾਂ ਨੂੰ ਸਦੀਵ ਸੁਖ ਹੋ ਜਾਂਦਾ ਹੈ। ਆਰਿਆਂ ਥੱਲੇ ਬੈਠ ਕੇ ਵੀ, ਦੇਗਿਆਂ ਵਿੱਚ ਉਬਲ ਕੇ ਵੀ ਉਹਨਾਂ ਨੂੰ ਸਦੀਵੀ ਸੁਖ ਪ੍ਰਾਪਤ ਹੁੰਦਾ, ਕਦੇ ਵਿਸਰਦਾ ਨਹੀਂ। ਪੌੜੀ ਜਿਨੇ ਗੁਰਮੁਖ ਹਰ ਨਾਮ ਧਨ ਨਾ ਖਟਿਓ। ਕਹਿੰਦੇ ਭਾਈ ਜਿਨ੍ਹਾਂ ਨੇ ਗੁਰਮੁਖਤਾਈ ਧਾਰ ਕੇ ਪਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਤਰ ਨਹੀਂ ਕੀਤਾ, ਸੇ ਦਿਵਾਲੀਏ ਜੁਗ ਮਾਹੇ। ਉਹ ਕਹਿੰਦੇ ਦਿਵਾਲੀਏ ਹੈ ਭਾਈ, ਜੇ ਉਹ ਕਰਜ਼ਾਈ ਹਨ। ਜਦੋਂ ਕਰਜ਼ਾ ਨਾ ਉਤਰੇ ਤੇ ਬੈਂਕਾਂ ਵਾਲੇ ਜੀ ਤੋਂ ਕਰਜ਼ਾ ਲਿਆ ਹੋਵੇ, ਉਹਨੂੰ ਦਿਵਾਲੀਆ ਘੋਸ਼ਿਤ ਕਰ ਦਿੰਦੇ ਨੇ ਵੀ ਇਹ ਦਿਵਾਲੀਆ ਹੈ। ਹਜ਼ੂਰ ਫਰਮਾਉਂਦੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਧਨ ਨੂੰ ਨਹੀਂ ਖੱਟਿਆ, ਨਹੀਂ ਪ੍ਰਾਪਤੀ ਕੀਤੀ, ਨਹੀਂ ਇਕੱਤਰ ਕੀਤਾ, ਉਹ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੀ ਦਰਗਾਹ ਵੱਲੋਂ ਦਿਵਾਲੀਏ ਹਨ। ਓਏ ਮੰਗਦੇ ਫਿਰੇ ਸਭ ਜਗਤ ਮਹਾ। ਭਾਵੇਂ ਉਹ ਸਾਰੇ ਸੰਸਾਰ ਦੇ ਵਿੱਚ ਸੁੱਖ ਮੰਗਦੇ ਫਿਰਨ, ਕੋਈ ਮੋਹ ਥੁੱਕ ਨਾ ਤਿਨ ਕੋ ਪਾਹੇ। ਕਿਉਂਕਿ ਨਾਮ ਧਨ ਖੱਟਿਆ ਹੀ ਨਹੀਂ। ਜਿਹੜੇ ਮੂੰਹ ਦੇ ਵਿੱਚ ਗਰਾਹੀਆਂ ਪਾਈਆਂ ਨਾ, ਉਹ ਅੱਧੀ ਗਰਾਹੀ ਵੀ ਦੇਣ ਨੂੰ ਕਿ ਉਹਨਾਂ ਨੂੰ ਤਿਆਰ ਨਹੀਂ। ਮੂੰਹ ਵਿੱਚ ਪਾਈ ਹੋਈ ਵਸਤ, ਮੂੰਹ ਦਾ ਥੁੱਕ ਦੇਣ ਨੂੰ ਵੀ ਉਹਨਾਂ ਨੂੰ ਕਿ ਤਿਆਰ ਨਹੀਂ ਹੁੰਦਾ। ਕਿ ਤੇ ਨਿੰਦਕ ਨੇ, ਇਹਨਾਂ ਨੇ ਨਾਮ ਧਨ ਖੱਟਿਆ ਹੀ ਨਹੀਂ, ਇਹਨਾਂ ਦੇ ਮੱਥੇ ਲੱਗਣਾ ਹੀ ਮਾੜਾ ਇਉਂ ਸਮਝਦੇ ਹਨ। ਪਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਾਣਾ। ਕਹਿੰਦੇ ਭਾਈ ਪਰਾਈ ਤਾਂ ਨਿੰਦਿਆ ਕਰਦਾ ਹੈ, ਬਖੀਲੀ ਨਾਮ ਸੂਮਤਾਈ ਦਾ ਵੀ ਹੈ। ਕਹਿੰਦੇ ਕਿਸੇ ਦੇ ਗੁਣਾਂ ਨੂੰ ਗਾਉਣ ਵਾਸਤੇ, ਕਹਿਣ ਵਾਸਤੇ ਬੜੀ ਸੂਮਤਾਈ ਕਰਦਾ। ਕਿਸੇ ਦੇ ਗੁਣ ਕਹਿਣੇ ਬੜੇ ਔਖੇ ਆ, ਵੀ ਫਲਾਨਾ ਬੰਦਾ ਬੜਾ ਵਿਦਵਾਨ ਹੈ, ਫਲਾਨਾ ਬੜਾ ਚੰਗਾ ਹੈ, ਪਰਉਪਕਾਰੀ ਹੈ।
ਇਹ ਕਹਿਣਾ ਔਖਾ ਹੈ, ਪਰ ਪਰਾਈ ਬਖੀਲੀ ਕਰੈ ਨਿੰਦਿਆ ਕਰਨ ਵਾਸਤੇ ਬੜਾ ਤਤਪਰ ਰਹਿੰਦਾ ਹੈ। ਹਮੇਸ਼ਾ ਵਾਸਤੇ ਹੀ ਨਿੰਦਿਆ ਸੁਣਨ ਨੂੰ ਵੀ ਤੇ ਨਿੰਦਿਆ ਕਹਿਣ ਨੂੰ ਵੀ ਹਮੇਸ਼ਾ ਹੀ ਤਿਆਰ ਰਹਿੰਦਾ ਤੇ ਆਪਣੀ ਪ੍ਰਤੀਤ ਖੋਵੈ। ਕਹਿੰਦੇ ਭਾਈ ਆਪਣਾ ਭਰੋਸਾ ਗਵਾ ਬੈਂਦਾ ਹੈ ਵੀ ਇਹਦਾ ਤਾਂ ਕੰਮ ਹੀ ਐਨ ਤਾਂ ਨਿੰਦਿਆ ਹੀ ਕਰਨੀ ਹੈ। ਸਗਵਾ ਪੀ ਆਪ ਲਖਾਹੇ। ਕਹਿੰਦੇ ਸਗਵਾ ਜਿਹੜਾ ਰਹਿਣ ਵਾਲਾ ਬਾਕੀ ਦਾ ਸਮਾਂ ਹੈ ਨਾ, ਉਹ ਵੀ ਕਹਿੰਦਾ ਆਪਣੇ ਆਪ ਨੂੰ ਪ੍ਰਗਟ ਕਰ ਦਿੰਦਾ ਵੀ ਮੇਰੀ ਤਾਂ ਇਹਦਾ ਤਾਂ ਭਾਈ ਕੰਮ ਹੀ ਇਹ ਹੈ, ਇਹਨੇ ਨਿੰਦਿਆ ਹੀ ਕਰਨੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਹ ਤੋਂ ਕੋਈ ਭਲਾ ਕੰਮ ਨਹੀਂ ਹੋ ਸਕਦਾ। ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰ ਲੈਂਦਾ ਹੈ। ਜਿਸ ਤਨ ਕਾਰਨ ਚੁਗਲੀ ਕਰਹਾ। ਕਹਿੰਦੇ ਭਾਈ ਜਿਹੜੇ ਧਨ ਦੇ ਕਾਰਨ, ਜਿਹੜੀ ਮਾਇਆ ਦੇ ਕਾਰਨ ਅਣਹੋਈ ਕਿਸੇ ਦੀ ਨਿੰਦਾ ਕਰਦਾ, ਚੁਗਲੀਆਂ ਕਰਦਾ ਹੈ, ਸੋ ਧਨ ਚੁਗਲੀ ਹੱਥ ਨਾ ਆਵੇ। ਕਹਿੰਦੇ ਚੁਗਲੀ ਕੀਤੇ ਆ ਉਹ ਧਨ ਤੇਰੇ ਹੱਥ ਆ ਨਹੀਂ ਸਕਦਾ ਤੇ ਤੂੰ ਐਵੇਂ ਚੁਗਲੀਆਂ ਕਰੀ ਜਾਂਦਾ। ਚੁਗਲੀਆਂ ਕਰਨ ਦੇ ਨਾਲ ਉਹਦਾ ਧਨ ਤੇਰੇ ਪਾਸ ਨਹੀਂ ਆ ਸਕਦਾ। ਕੋਈ ਭਾਵੈ ਤਿੱਥੈ ਜਾਹੇ। ਕਹਿੰਦੇ ਜਿੱਥੇ ਮਰਜੀ ਤਿੱਥੋਂ ਤੱਕ ਦੌੜ ਲਾ ਲਵੇ, ਚੁਗਲੀ ਦੇ ਨਾਲ ਉਹ ਧਨ ਦੀ ਪ੍ਰਾਪਤੀ ਆਪ ਨਹੀਂ ਕਰ ਸਕਦਾ। ਗੁਰਮੁਖ ਸੇਵਕ ਭਾਏ ਹਰ ਧਨ ਮਿਲਾ। ਕਹਿੰਦੇ ਭਾਈ ਜਿਹੜੇ ਭਾਵਨਾ ਰੱਖਦੇ ਨੇ ਗੁਰੂ ਕੇ ਪਿਆਰੇ, ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਦੇ ਭਗਤੀ ਰੂਪ ਧਨ ਦੀ ਪ੍ਰਾਪਤੀ ਹੁੰਦੀ ਹੈ। ਤਿੱਥੋਂ ਕਰਮਹੀਨ ਲੈ ਨਾ ਸਕਹਾ। ਭਾਈ ਕਰਮਾਂ ਤੋਂ ਬਿਨਾ ਉਹਨਾਂ ਤੋਂ ਵੀ ਕੋਈ ਨਾਮ ਭਗਤੀ ਦਾ ਧਨ ਪ੍ਰਾਪਤ ਨਹੀਂ ਕਰ ਸਕਦਾ। ਜਿਨ੍ਹਾਂ ਕੋਲ ਹੈ ਪਤਾ ਵੀ ਇਹ ਭਾਵ ਭਗਤੀ ਦੇ ਵਿੱਚ ਰੰਗੇ ਹੋਏ ਗੁਰੂ ਕੇ ਪਿਆਰੇ ਹੈ, ਉਹਨਾਂ ਤੋਂ ਵੀ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਮਾਂ ਤੋਂ ਬਿਨਾ ਨਹੀਂ ਲੈ ਸਕਦਾ ਕੋਈ। ਹੋਰ ਥੈ ਦੇਸ ਦਸੰਤਰ ਹਰ ਤਨ ਨਾਹੀ। ਕਹਿੰਦੇ ਭਾਈ ਹੋਰ ਕਿਸੇ ਦਿਸ਼ਾ ਵਿੱਚ ਦਸੰਤਰ, ਚਾਰੇ ਦਿਸ਼ਾ ਦੇ ਵਿੱਚ ਘੁੰਮ ਲਵੇ ਤੇ ਜਿੰਨੇ ਦੇਸ਼ ਨੇ, ਮਾਝਾ, ਮਾਲਵਾ, ਦੁਆਬਾ ਜਾਂ ਹੋਰ ਵਿਦੇਸ਼ ਨੇ, ਇੰਗਲੈਂਡ, ਅਮਰੀਕਾ, ਵੱਡੇ ਵੱਡੇ ਦੇਸ਼ ਨੇ, ਕਹਿੰਦੇ ਉਹਨਾਂ ਤੱਕ ਵੀ ਪਾਉਣ ਦੀ ਇੱਛਾ ਰੱਖ ਲਵੇ, ਚਲਿਆ ਵੀ ਜਾਵੇ। ਕਹਿੰਦੇ ਪਰ ਪਰਮਾਤਮਾ ਦਾ ਧਨ, ਨਾਮ ਧਨ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਾਂ ਕੀਤੀਆਂ ਭਾਈ। 2 ਦਿਨ ਦੀ ਸੇਵਾ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਕੇ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ਿਸ਼ ਕਰਨ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਗੁਰੂ ਕਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੀ ਰਹਿਮਤ ਪ੍ਰਾਪਤ ਕਰੋ ਜੀ। ਜਿਸ ਤਨ ਕਾਰਨ ਚੁਗਲੀ ਕਰਹਾ, ਸੋ ਧਨ ਚੁਗਲੀ ਹੱਥ ਨਾ ਆਵੈ। ਓਏ ਭਾਵੈ ਤਿੱਥੈ ਜਾਹੇ। ਗੁਰਮੁਖ ਸੇਵਕ ਭਾਏ ਹਰ ਧਨ ਮਿਲਾ। ਤਿੱਥੋਂ ਕਰਮਹੀਨ ਲੈ ਨਾ ਸਕਹਾ। ਹੋਰ ਥੈ ਦੇਸ ਦਸੰਤਰ ਹਰ ਤਨ ਨਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।